ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਐਜੂਕੇਟ ਪੰਜਾਬ ਪ੍ਰੋਜੈਕਟ ਦੀ ਸਮੂਹ ਟੀਮ ਵੱਲੋਂ ਸਭ ਦਾ ਅੱਜ ਦੇ ਆਨਲਾਈਨ ਕੰਮ ਅਟੈਂਡ ਕਰਨ ਤੇ ਸਵਾਗਤ ਕੀਤਾ ਜਾਂਦਾ ਹੈ। ਸੋ ਨਾਲ ਹੀ ਅੱਜ ਦੇ ਵਿਸ਼ੇਸ਼ ਦਿਨ ਹੋਲੇ ਮਹੱਲੇ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਜੀ। ਸੋ ਰੋਜ਼ਾਨਾ ਦੀ ਤਰ੍ਹਾਂ ਅਸੀਂ ਅੱਜ ਦੇ ਕੈਂਪ ਦੀ ਸ਼ੁਰੂਆਤ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਸਿਮਰਨ ਦੇ ਨਾਲ ਕਰਾਂਗੇ। ਅੱਜ ਦੀ ਜਾਪ ਦੀ ਸੇਵਾ ਹੈ ਜੀ ਪ੍ਰਭਜੋਤ ਕੌਰ ਜੀ। ਪ੍ਰਭਜੋਤ ਕੌਰ ਜੀ EPP ਨੰਬਰ 16170 ਜ਼ੋਨ ਬਰਨਾਲੇ ਤੋਂ जुड़ चुके हो बेटा जी। शुरू करो जी। वाहिगुरु जी का खालसा वाहिगुरु जी की फतेह। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। जप एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। एक ओंकार सतनाम करता पुरख निरभव निर्वैर अकाल मूरत अजूनी सैभंग गुर प्रसाद। वाहिगुरु 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 जी का खालसा वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ ਬੇਟਾ ਜੀ ਆਪ ਜੀ ਦਾ। ਸੋ ਬੇਨਤੀ ਹੈ ਨਾਲ ਹੀ ਆਪ ਜੀ ਕੈਂਪ ਅਟੈਂਡ ਕਰਦੇ ਹੋ ਆਪਣੇ ਪਰਿਵਾਰ ਸਮੇਤ, ਤੋ ਕਿਰਪਾ ਕਰਕੇ ਉਹਨਾਂ ਦੀ ਸਾਰੇ ਪਰਿਵਾਰ ਦੀ ਹਾਜ਼ਰੀ ਲਵਾਇਆ ਕਰੋ ਜੀ। ਪੂਰਾ ਪਰਿਵਾਰ ਇਕੱਠੇ ਬੈਠਿਆ ਕਰੋ। ਸੋ ਹੁਣ ਅਸੀਂ ਕੀਰਤਨ ਸਰਵਣ ਕਰਨ ਜਾ ਰਹੇ ਹਾਂ ਜੀ। ਅੱਜ ਦੀ ਕੀਰਤਨ ਦੀ ਸੇਵਾ ਹੈ ਹਰਨੂਰ ਕੌਰ ਜੀ ਜੋਨ ਮਹਿਲ ਕਲਾਂ ਤੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। शुरू करो बेटा जी।
वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। बहुत बहुत धन्यवाद बेटा जी, बड़ा रस भिन्ना कीर्तन तुसी सानू सब नू सरवण करवाया जी। सो सारे बच्चों नू बेनती है कि जाप दी सेवा और कीर्तन दी सेवा सारे बच्चे अपना नाम नोट करवा के अपनी बारी मुताबिक जरूर यह सेवा करया करिए जी, क्योंकि जो गुरमत कैंप असी आनंद माण रहे हैं जिहदे विचारां दे विचों, सो ये बच्चों की मंग ते बच्चों के लिए शुरू किया गया है जी, बच्चों नू सिक्ख्या देण दे लई। सो हुण साडे नाल जुड़ चुके ने भैण मनमीत कौर जी,
ਜਿਨ੍ਹਾਂ ਦਾ ਐਜੂਕੇਟ ਪੰਜਾਬ ਪ੍ਰੋਜੈਕਟ ਦੀ ਪੂਰੀ ਟੀਮ ਵੱਲੋਂ ਹਾਰਦਿਕ ਸਵਾਗਤ ਹੈ ਜੀ, ਕਿਉਂਕਿ ਪਹਿਲਾਂ ਵੀ ਬੱਚਿਆਂ ਨੂੰ ਆਪਣੇ ਵਿਚਾਰਾਂ ਤੋਂ ਪ੍ਰਭਾਵਿਤ ਕਰ ਚੁੱਕੇ ਨੇ। ਸੋ ਹੁਣ ਵੀ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੀ ਗਿਆਨ ਗੋਲਕ ਦੇ ਵਿੱਚ ਇਹਨਾਂ ਨੇ ਜੋ ਵੀ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ, ਸੋ ਉਹਨਾਂ ਦੇ ਵਿੱਚੋਂ ਕੀਮਤੀ ਵਿਚਾਰ ਆਪ ਜੀ ਨੇ ਜ਼ਰੂਰ ਨੋਟ ਕਰਨ ਦੀ ਕੋਸ਼ਿਸ਼ ਕਰਨੀ ਜੀ। ਭੈਣ ਜੀ, ਆਪ ਜੀ ਆਪਣੇ ਵਿਚਾਰ ਬੱਚਿਆਂ ਦੇ ਨਾਲ ਸਾਂਝੇ ਕਰ ਸਕਦੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਹਾਰਾਜ ਕਿਰਪਾ, ਬਹੁਤ ਆਨੰਦ ਹੈ ਜੀ ਆਪ ਜੀ ਸਾਰਿਆਂ ਨਾਲ ਫਿਰ ਮੁਲਾਕਾਤ ਕਰਕੇ, ਆਪ ਜੀ ਸਾਰਿਆਂ ਦੇ ਦਰਸ਼ਨ ਕਰਕੇ ਜੀ। ਸੋ ਆਪਾਂ ਮਹਾਰਾਜ ਕਿਰਪਾ ਸ਼ੁਰੂਆਤ ਕਰਦੇ ਹਾਂ ਜੀ। ਸੋ ਅੱਜ ਤਾਂ ਵਾਹਿਗੁਰੂ ਮਹਾਰਾਜ ਕਿਰਪਾ ਉਹਨਾਂ ਨੇ ਵਿਸ਼ਾ ਬਖਸ਼ਿਆ ਸਮਾਜ ਸੇਵਾ ਕਦੋਂ ਤੇ ਕਿਵੇਂ। ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸਾਡੇ ਸਾਰਿਆਂ ਲਈ। ਸੋ ਦੇਖਦੇ ਹਾਂ ਅਸੀਂ ਅੱਗੇ ਕਿ ਮਹਾਰਾਜ ਕੀ ਸਾਨੂੰ ਉਪਦੇਸ਼ ਦਿੰਦੇ ਨੇ ਸਮਾਜ ਸੇਵਾ ਦੇ ਰਿਲੇਟਡ। ਸਭ ਤੋਂ ਪਹਿਲੇ ਜੇ ਅਸੀਂ ਸਮਾਜ ਸੇਵਾ ਸਮਝਣੀ ਹੈ ਤੇ ਜ਼ਰੂਰੀ ਹੈ ਅਸੀਂ ਸਮਝੀਏ ਕਿ ਸੇਵਾ ਕੀ ਹੈ। ਸੋ ਜੇ ਅਸੀਂ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ ਜੀ ਦੇਖੀਏ ਤੇ ਮਹਾਨ ਕੋਸ਼ ਵਿੱਚ ਸੇਵਾ ਨੂੰ ਖਿਦਮਤ ਤੇ ਉਪਾਸਨਾ ਕਹਿ ਕੇ ਸਮਝਾਇਆ ਗਿਆ ਹੈ। ਸੇਵਾ ਕਰਨੀ, ਕਿਸੇ ਦੀ ਖਿਦਮਤ ਕਰਨੀ, ਉਪਾਸਨਾ ਕਰਨੀ ਨਾ। ਹੁਣ ਉਹ ਵੱਖ-ਵੱਖ ਤਰੀਕੇ ਦੀਆਂ ਸੇਵਾਵਾਂ ਹੋਣ। ਅਸੀਂ ਗੁਰੂ ਮਹਾਰਾਜ ਦੀ ਸੇਵਾ ਕਰੀਏ, ਅਸੀਂ ਸੰਗਤ ਦੀ ਸੇਵਾ ਕਰੀਏ, ਨਾਮ ਬਾਣੀ ਜਪਣਾ ਵੀ ਸੇਵਾ ਹੈ ਨਾ। ਸੋ ਸੇਵਾਵਾਂ ਬਹੁਤ-ਬਹੁਤ ਤਰੀਕੇ ਦੀਆਂ ਹੋ ਸਕਦੀਆਂ ਨੇ। ਜੋ ਵਿਸ਼ਾ ਹੈ ਉਹ ਹੈ ਸਮਾਜ ਸੇਵਾ ਕਿਵੇਂ ਕਰੀਏ ਨਾ ਤੇ ਕਦੋਂ ਕਰੀਏ। ਹੁਣ ਸਮਾਜ ਸੇਵਾ ਕੀ ਹੈ ਅਸੀਂ ਉਹ ਸਮਝਦੇ ਹਾਂ। ਸੇਵਾ ਭਾਵੇਂ ਕਿਸੇ ਵੀ ਪ੍ਰਕਾਰ ਦੀ ਹੋਵੇ, ਉਹਦੇ 3 ਮੇਨ ਐਸਪੈਕਟਸ ਹੁੰਦੇ ਨੇ। ਪਹਿਲਾ ਹੁੰਦਾ ਹੈ ਕੰਪੈਸ਼ਨ, ਮਤਲਬ ਮਨ ਵਿੱਚ ਭਾਵਨਾ ਹੋਵੇ, ਪਿਆਰ ਹੋਵੇ। ਦੂਸਰਾ ਹੁੰਦਾ ਹੈ ਵਿਲਿੰਗਨੈਸ, ਕਿ ਅਸੀਂ ਆਪਣੇ ਮਨੋਂ ਉਹ ਸੇਵਾ ਕਰ ਰਹੇ ਹਾਂ, ਕਿਸੇ ਦੇ ਫੋਰਸ ਦੇ ਅੰਡਰ ਆ ਕੇ, ਕਿਸੇ ਦੇ ਦਬਾਅ ਦੇ ਵਿੱਚ ਆ ਕੇ ਨਹੀਂ ਕਰ ਰਹੇ ਨਾ। ਕਿ ਕੋਈ ਸਾਨੂੰ ਹੁਣ ਗਨ ਪੁਆਇੰਟ ਤੇ ਕਹੇ ਨਹੀਂ ਬੇਟਾ ਤੁਸੀਂ ਇਹ ਸੇਵਾ ਕਰਨੀ ਹੈ, ਅਸੀਂ ਭਾਵੇਂ ਉਸ ਟਾਈਮ ਕਰ ਲਵਾਂਗੇ, ਸਾਡੇ ਐਕਸ਼ਨਸ ਤੇ ਹੋਣਗੇ ਸੇਵਾ ਵਾਲੇ, ਪਰ ਸਾਡਾ ਮਨ ਉਹਦੇ ਵਿੱਚ ਨਹੀਂ ਹੋਏਗਾ। ਮਨ 'ਚ ਤੇ ਉਹੀ ਖਿਆਲ ਆ ਰਹੇ ਹੋਣਗੇ ਕਿ ਮੈਨੂੰ ਜ਼ਬਰਦਸਤੀ ਕਰਾਈ ਜਾ ਰਹੇ ਨੇ, ਪਤਾ ਨਹੀਂ ਕਿਉਂ ਕਰਾ ਰਹੇ ਨੇ, ਕੀ ਲੋੜ ਹੈ ਕਰਨ ਦੀ, ਮੇਰਾ ਤੇ ਮਨ ਨਹੀਂ ਕਰ ਰਿਹਾ ਕਰਨ ਤੇ ਨਾ। ਸੋ ਵਿਲਿੰਗਨੈਸ ਹੋਣੀ ਕਿ ਮਨੋ ਆਪ ਜੀ ਉਸ ਸੇਵਾ ਨੂੰ ਸਮਰਪਿਤ ਹੋਵੋ। ਤੇ ਤੀਜਾ ਮੇਨ ਪੁਆਇੰਟ ਆਂਦਾ ਹੈ ਕਿ ਉਹ ਸੇਵਾ ਸੈਲਫਲੈਸ ਹੋਵੇ। ਇਸ ਮੋਟਿਵ ਤੋਂ ਸੇਵਾ ਕਰਨੀ ਕਿ ਅੱਛਾ ਅਗਰ ਮੈਂ ਕਿਸੇ ਦੀ ਸੇਵਾ ਕਰਾਂਗਾ ਤੇ ਮੈਨੂੰ ਕੋਈ ਫਲ ਮਿਲੇਗਾ, ਜਾਂ ਮੈਨੂੰ ਪ੍ਰਮੋਸ਼ਨ ਮਿਲ ਜਾਏਗੀ, ਜਾਂ ਮੈਨੂੰ ਕੋਈ ਪ੍ਰਾਈਜ਼ ਮਿਲੇਗਾ। ਉਹ ਸੇਵਾ ਦਾ ਪਾਰਟ ਫਿਰ ਰਹਿ ਹੀ ਨਹੀਂ ਜਾਂਦਾ। ਜਦੋਂ ਤੱਕ ਸੇਵਾ ਸੈਲਫਲੈਸ ਨਹੀਂ ਹੈ ਤਾਂ ਤੱਕ ਉਹ ਸੇਵਾ ਹੀ ਨਹੀਂ ਹੈ। ਹੁਣ ਸਮਾਜ ਸੇਵਾ ਦੀ ਜਦੋਂ ਗੱਲ ਕਰੀਏ ਤੇ ਉਹ ਕੀ ਆ ਗਿਆ, ਸਮਾਜ ਨੂੰ ਅਸੀਂ ਸਰਵ ਕਰ ਰਹੇ ਹਾਂ, ਦੈਟ ਇਜ਼ ਦੂਜਿਆਂ ਨੂੰ, ਆਪਣੇ ਤੋਂ ਉੱਪਰ ਉੱਠ ਕੇ ਬਾਕੀਆਂ ਦੀ ਸੇਵਾ ਕਰਨਾ ਹੋਇਆ ਸਮਾਜ ਸੇਵਾ। ਹੁਣ ਉਹਦੇ ਵਿੱਚ ਵੀ ਅਸੀਂ ਸੈਲਫਲੈਸ ਹੋ ਕੇ ਸੇਵਾ ਕਰੀਏ। ਅਸੀਂ ਕਈ ਵਾਰ ਹਿਊਮਨਸ ਹੈਗੇ ਆ, ਮਨ ਵਿੱਚ ਬਹੁਤ ਖਿਆਲ ਆਉਂਦੇ ਨੇ, ਹੈ ਨਾ। ਤੇ ਕਈ ਵਾਰ ਅਸੀਂ ਸੇਵਾ ਕਰਦੇ ਮਨ 'ਚ ਖਿਆਲ ਆ ਜਾਂਦੇ ਨੇ ਕਿ ਅੱਛਾ ਮੈਨੂੰ ਨਾ ਜੇ ਮੈਂ ਸੇਵਾ ਕਰਾਂਗੀ ਨਾ ਤੇ ਸ਼ਾਇਦ ਮੈਨੂੰ ਕੁਝ ਅੱਛਾ ਖਾਣ ਨੂੰ ਮਿਲ ਜਾਏ, ਸ਼ਾਇਦ ਮੰਮਾ ਕੁਝ ਅੱਛਾ ਜਿਹਾ ਬਣਾ ਦੇਣ ਖੁਸ਼ ਹੋ ਕੇ ਨਾ। ਸੋ ਮਨ 'ਚ ਬਹੁਤ ਵਿਚਾਰ ਆਉਂਦੇ ਨੇ ਜਦੋਂ ਅਸੀਂ ਸੇਵਾ ਕਰਦੇ ਹਾਂ। ਪਰ ਅਸੀਂ ਖਿਆਲ ਰੱਖਣਾ ਹੈ ਕਿ ਸੇਵਾ ਤਾਂ ਹੀ ਸੇਵਾ ਹੈ ਜਦੋਂ ਤੱਕ ਉਹ ਸੈਲਫਲੈਸ ਹੈ। ਹੁਣ ਇਸ ਤੋਂ ਪਹਿਲੇ ਕਿ ਅਸੀਂ ਸਮਝੀਏ ਕਿ ਕਿਵੇਂ ਕਰ ਸਕਦੇ ਹਾਂ ਸੇਵਾ ਤੇ ਕਦੋਂ ਕਰ ਸਕਦੇ ਹਾਂ, ਪਹਿਲੇ ਇਹ ਸਮਝੀਏ ਕਿ ਸੇਵਾ ਕਰਨੀ ਕਿਉਂ ਹੈ। ਕਿਉਂ ਨਹੀਂ ਅਸੀਂ ਆਪਣੇ ਘਰ ਬਸ ਬੈਠ ਕੇ ਆਪਣੇ ਬਾਰੇ ਸੋਚ ਕੇ ਆਪਣੇ ਵਾਸਤੇ ਕੰਮ ਕਰਕੇ ਜੀ ਸਕਦੇ। ਉਸ ਤਰ੍ਹਾਂ ਵੀ ਜੀਆ ਜਾ ਸਕਦਾ ਹੈ, ਜ਼ਿੰਦਗੀ ਉਦਾਂ ਵੀ ਕੱਟੀ ਜਾ ਸਕਦੀ ਹੈ, ਪਰ ਸੇਵਾ ਕਿਉਂ ਕਰਨੀ ਹੈ। ਮਹਾਰਾਜ ਕੀ ਸਮਝਾਉਂਦੇ ਨੇ ਸਾਨੂੰ। ਮਹਾਰਾਜ ਕਹਿੰਦੇ ਨੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਮਹਾਰਾਜ ਨੇ ਸਾਨੂੰ ਇੱਕ ਉਪਦੇਸ਼ ਦਿੱਤਾ ਹੈ। ਅਸੀਂ ਬਾਣੀ ਦੀ ਸ਼ੁਰੂਆਤ ਹੀ ਦੇਖੀ ਨਾ ਤੇ ਇੱਕ ਤੋਂ ਹੁੰਦੀ ਹੈ। ਮਹਾਰਾਜ ਨੇ ਆਪ ਇਸ ਦੁਨੀਆ ਦੀ, ਇਸ ਕੁਦਰਤ ਦੀ, ਸ੍ਰਿਸ਼ਟੀ ਦੀ, ਸ੍ਰਿਸ਼ਟੀ ਨੂੰ ਮਹਾਰਾਜ ਨੇ ਆਪ ਹੈ, ਸਾਨੂੰ ਸਾਰਿਆਂ ਨੂੰ, ਇੱਕ ਇਨਸਾਨ ਨੂੰ, ਲਿਵਿੰਗ ਨॉन ਲਿਵਿੰਗ, ਹਰ ਇੱਕ ਨੂੰ ਮਹਾਰਾਜ ਨੇ ਆਪ ਬਣਾਇਆ ਹੈ। ਮਹਾਰਾਜ ਨੇ ਕਿਸੇ 'ਚ ਕੋਈ ਭੇਦਭਾਵ ਨਹੀਂ ਕੀਤਾ। Therefore ਅਸੀਂ ਸਾਰੇ ਇੱਕ ਹੀ ਹਾਂ, ਉਸ ਅਕਾਲ ਪੁਰਖ ਦੇ ਹੀ ਬੱਚੇ ਹਾਂ। ਤੇ ਕੋਈ
ਅਸੀਂ ਕਹੀਏ ਕਿ ਨਹੀਂ ਅਗਲਾ ਬੰਦਾ ਤੇ ਮੇਰੇ ਤੋਂ ਬਹੁਤ ਉੱਚਾ ਹੈ, ਮੈਂ ਉਹਨੂੰ ਕਿਉਂ ਸਰਵ ਕਰਾਂ, ਹੁਣ ਤੇ ਮੇਰੀ ਲੋੜ ਨਹੀਂ। ਅਗਰ ਕੋਈ ਸਾਡੇ ਤੋਂ ਆਰਥਿਕ ਮਾਮਲੇ 'ਚ ਥੋੜਾ ਕਮਜ਼ੋਰ ਹੋਵੇ ਜਾਂ ਏਜ ਵਿੱਚ ਛੋਟਾ ਹੋਵੇ, ਅਸੀਂ ਕਹੀਏ ਨਹੀਂ ਅਸੀਂ ਨਹੀਂ ਉਹਦੀ ਸੇਵਾ ਕਰਨੀ, ਅਸੀਂ ਨਹੀਂ ਉਹਦੀ ਹੈਲਪ ਕਰਨੀ। ਸੋ ਮਹਾਰਾਜ ਨੇ ਸਾਨੂੰ ਉਹਨਾਂ ਭਾਵਨਾਵਾਂ ਤੋਂ ਵਰਜ ਕੇ, ਸਾਨੂੰ ਉਹਨਾਂ ਤੋਂ ਕੌਸ਼ਿਸ਼ ਕਰਾ ਕੇ ਸਾਨੂੰ ਵਾਰਨਿੰਗ ਦਿੱਤੀ ਹੈ ਕਿ एक अवल अल्लाह नूर उपाया कुदरत के सब बंदे, एक नूर ते सब जग उपजया, कौन भले को मंदे। ना कोई ऊंच नीच है, ना कोई बुरा भला है, सब इको ही है। हुण अगे महाराज दसने सानू, विच दुनिया सेव कमाईए ता दरगह बैसन पाईए। ਜਦੋਂ महाराज ने सानू ह्यूमन फॉर्म दित्ती, सानू जन्म दिता, महाराज ने नाल साडे एक सानू उपदेश दिता कि जे तुसी इस दुनिया च आए हो ते इत्थे आप जी सेवा कर रहे हो, तां ही तुहानू अकाल पुरख दी दरगाह विच तुहानू थां मिलेगी। जो सेवा करना साडे ह्यूमन लाइफ दा एक बहुत ही अटुट हिस्सा है। जे ह्यूमन हाँ, सेवा नहीं, ह्यूमन नहीं रह गए। सेवा ਦਾ महाराज ने ਇੰਨਾ ਵੱਡਾ ਸਾਨੂੰ ਮਹੱਤਵ ਦਿੱਤਾ ਹੈ ਕਿ ਜੇ ਸੇਵਾ ਕਰਾਂਗੇ ਤਾਂ ਹੀ महाराज ਦੇ ਕੋਟ ਵਿੱਚ, महाराज ਦੀ ਦਰਗਾਹ ਵਿੱਚ ਸਾਨੂੰ ਥਾਂ ਮਿਲੇਗੀ। ਹੁਣ ਅਸੀਂ ਗੱਲ ਕਰਦੇ ਹਾਂ ਕਿ ਜੇ ਅਸੀਂ ਸਮਾਜ ਸੇਵਾ ਦੇ ਬਾਰੇ ਗੱਲ ਕਰਨੀ ਹੈ ਤੇ ਅਸੀਂ ਕਿਵੇਂ ਕਰ ਸਕਦੇ ਹਾਂ। ਹੁਣ ਅਸੀਂ ਇੱਕ ਤੇ ਦੁਨਿਆਵੀ ਤੌਰ ਤੇ ਦੇਖਾਂਗੇ ਤੇ ਇੱਕ ਕਿਵੇਂ ਇਤਿਹਾਸ ਵਿੱਚ महाराज ਨੇ ਸਾਨੂੰ ਕਰਕੇ ਵਿਖਾਇਆ, ਸਿੱਖ ਪੰਥ ਨੇ ਸਾਨੂੰ ਉਹ ਕਰਕੇ ਵਿਖਾਇਆ, ਅਸੀਂ ਉਹ ਦੇਖਾਂਗੇ। ਠੀਕ ਹੈ। ਸੋ ਹੁਣ ਅਸੀਂ ਕਿਹਨਾਂ ਤਰੀਕਿਆਂ ਨਾਲ ਸਮਾਜ ਸੇਵਾਵਾਂ ਕਰ ਸਕਦੇ ਹਾਂ। ਸਭ ਤੋਂ ਪਹਿਲੇ ਆਉਂਦੇ ਜੀ ਕਿ ਅਸੀਂ ਇੱਕ ਐਡਵੋਕੇਸੀ ਕਰੀਏ, ਭਾਵ ਕਿ ਜਿੰਨੇ ਵੀ ਹਿਊਮਨ ਰਾਈਟਸ ਹੈਗੇ, ਇੰਡੀਵਿਜੂਅਲ ਰਾਈਟਸ ਹੈਗੇ, ਸਾਨੂੰ ਉਹਨਾਂ ਦੀ ਸਮਝ ਹੋਵੇ ਤੇ ਅਸੀਂ ਸੋਸ਼ਲ ਜਸਟਿਸ ਦੀ ਡਿਮਾਂਡ ਕਰ ਸਕੀਏ, ਅਸੀਂ ਏਕਤਾ ਦੀ, ਅਸੀਂ ਜਸਟਿਸ ਦੀ ਡਿਮਾਂਡ ਤੇ ਉਹਦੇ ਵਾਸਤੇ ਅਸੀਂ ਕੁਝ ਕਦਮ ਚੁੱਕ ਸਕੀਏ। ਹੁਣ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਇਤਿਹਾਸ ਵਿੱਚ ਇਹ ਹੋਇਆ। ਗੁਰੂ ਨਾਨਕ ਪਾਤਸ਼ਾਹ ਜਦੋਂ महाराज ਧਰਤੀ ਤੇ ਆਏ ਤਾਂ ਬਾਬਰ ਦਾ ਰਾਜ ਸੀਗਾ। ਬਾਬਰ ਨੂੰ ਉਹਦੀ ਅਸਲੀਅਤ ਵਿਖਾਣ ਵਾਲੇ ਕੇਵਲ ਤੇ ਕੇਵਲ ਗੁਰੂ ਪਾਤਸ਼ਾਹ ਹੋਏ। ਬਾਬਰ ਦੇ ਖਿਲਾਫ महाराज ਨੇ ਆਵਾਜ਼ ਚੁੱਕੀ, ਬਾਬਰ ਨੂੰ ਜਾਬਰ ਕਿਹਾ। ਹੁਣ महाराज ਨੂੰ ਕੀ ਲੋੜ ਸੀ? ਦੁਨੀਆ ਵਿੱਚ ਜੋ ਪ੍ਰੋਬਲਮ ਹੋ ਰਹੀ ਸੀ ਉਹ ਹੋ ਰਹੀ ਸੀ, महाराज ਨੂੰ ਕੀ ਲੋੜ ਸੀ ਇਸ ਤਰ੍ਹਾਂ ਆਵਾਜ਼ ਚੁੱਕਣ ਦੀ? ਕਿਉਂਕਿ महाराज ਨੇ ਸਾਨੂੰ ਸਿਖਾਇਆ ਹੈ ਕਿ ਜਿੱਥੇ ਹੱਕ ਹੈ ਉੱਥੇ ਹੱਕ ਵਾਸਤੇ ਲੜਨਾ ਵੀ ਹੈ। ਜੇ ਹੱਕ ਨਹੀਂ ਮਿਲ ਰਿਹਾ, ਸਾਨੂੰ ਸਿੱਖ ਹੋਣ ਦੇ ਨਾਤੇ ਐਡਵੋਕੇਸੀ ਕਰਨੀ ਆਣੀ ਚਾਹੀਦੀ ਹੈ। ਸਿੱਖ ਹੋਣ ਦੇ ਨਾਤੇ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕਣੀ ਹੈ। महाराज ਨੇ ਬਾਬਰ ਨੂੰ ਜਾਬਰ ਕਿਹਾ ਤੇ महाराज ਦੇ ਸਦਕਾ ਹੀ ਜੋ ਦੁਨੀਆ ਉਸ ਟਾਈਮ ਬਾਬਰ ਦੇ ਰਾਜ ਦੇ ਹੇਠ ਤੜਪ ਰਹੀ ਸੀ, महाराज ਨੇ ਉਹਨਾਂ ਨੂੰ ਸਕੂਨ, ਠੰਡਕ ਦਿੱਤੀ। ਸੋ ਸਭ ਤੋਂ ਹਿਊਮਨ ਰਾਈਟਸ ਵਾਸਤੇ ਆਵਾਜ਼ ਚੁੱਕ ਸਕਦੇ ਹਾਂ। ਹੁਣ ਜ਼ਰੂਰੀ ਨਹੀਂ ਹੈ ਕਿ ਅਸੀਂ ਇਹ ਵੱਡੇ ਰਾਜਿਆਂ ਦੇ ਖਿਲਾਫ ਹੀ ਕਰਨੀ ਹੈ। ਐਜ਼ ਸਟੂਡੈਂਟਸ ਤੁਸੀਂ ਸਕੂਲ ਵਿੱਚ ਦੇਖਦੇ ਹੋਵੋਗੇ ਆਪਣੀ ਕਲਾਸ ਵਿੱਚ ਕਿ ਇੱਕ ਬੱਚਾ ਜੋ ਦੂਜੇ ਬੱਚੇ ਨੂੰ ਪਰੇਸ਼ਾਨ ਕਰ ਰਿਹਾ, ਬੁਲਿੰਗ ਚਲਦੀ ਹੈ। ਤੁਹਾਡੇ ਨਾਲ ਵੀ ਸ਼ਾਇਦ ਹੋਈ ਹੋਵੇ, ਤੁਹਾਨੂੰ ਵੀ ਬੁਲੀ ਕੀਤਾ ਗਿਆ ਹੋਵੇ। ਹੋ ਸਕਦਾ ਹੈ ਕਿਸੇ ਹੋਰ ਕਮਜ਼ੋਰ ਬੱਚੇ ਨੂੰ ਬੁਲੀ ਕੀਤਾ ਜਾ ਰਿਹਾ ਹੋਵੇ। ਜੇ ਏਦਾਂ ਤੁਹਾਡੇ ਸਾਹਮਣੇ ਹੋ ਰਿਹਾ ਹੈ ਤੇ ਤੁਸੀਂ ਉਹਦੇ ਖਿਲਾਫ ਆਵਾਜ਼ ਚੁੱਕਣੀ ਹੈ। ਉਹ ਆਵਾਜ਼ ਚੁੱਕੀ ਵੀ ਸਮਾਜ ਸੇਵਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਆਵਾਜ਼ ਚੁੱਕਣ ਕਰਕੇ ਉਹ ਜੇਲ੍ਹ ਵੀ ਗਏ ਸਨ, ਪਰ ਉਹਨਾਂ ਨੇ ਫਿਰ ਵੀ ਇਹ ਨਹੀਂ ਸੋਚਿਆ ਕਿ ਹਾਏ ਮੈਂ ਜੇਲ੍ਹ ਚਲਾ ਗਿਆ, ਹੁਣ ਨਾ ਮੈਂ ਕੁਝ ਕਰਦਾ, ਮੈਂ ਆਰਾਮ ਨਾਲ ਆਪਣੀ ਲਾਈਫ ਜੀਆ, ਹੈ ਨਾ। ਤੇ ਆਹੀ ਸਾਨੂੰ ਸਿਖਾਇਆ ਹੈ ਕਿ ਭਾਵੇਂ ਸਾਨੂੰ ਸਿਰ ਕਟਵਾਉਣਾ ਪੈ ਜਾਵੇ, ਪਰ ਅਸੀਂ ਹੱਕ ਦੀ ਲੜਾਈ ਹਮੇਸ਼ਾ ਲੜਨੀ ਹੈ। ਸੋ ਸਕੂਲ ਵਿੱਚ ਜਦੋਂ ਜੇ ਕਿਸ ਨੂੰ ਵੇਖੋ ਕਿ ਕੋਈ ਕਿਸ ਨੂੰ ਪਰੇਸ਼ਾਨ ਕਰ ਰਿਹਾ, ਉੱਥੇ ਤੁਸੀਂ ਸਭ ਤੋਂ ਪਹਿਲੇ ਹੋਵੋ
ਆਵਾਜ਼ ਚੁੱਕਣ ਵਾਲੇ ਆਪਾਂ ਕਿਵੇਂ ਕਰ ਸਕਦੇ ਹਾਂ। ਚਾਈਲਡ ਵੈਲਫੇਅਰ, ਗੁਰੂ ਅੰਗਦ ਦੇਵ ਜੀ ਪਾਤਸ਼ਾਹ ਨੇ ਇਹ ਸੇਵਾ ਸ਼ੁਰੂ ਕੀਤੀ ਸੀ ਬੱਚਿਆਂ ਨੂੰ ਪੜ੍ਹਾਉਣ ਦੀ, ਉਹਨਾਂ ਨੂੰ ਵਿਦਿਆ ਦਾਨ ਦੇਣ ਦੀ, ਜੋ ਕਿ ਅੱਜ ਅਸੀਂ ਦੇਖਦੇ ਹਾਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਵੀ ਉਹ ਸੇਵਾ ਬਹੁਤ ਬਖੂਬੀ ਮਾਰਚ ਨਿਭਾ ਰਹੇ ਨੇ ਉਹਨਾਂ ਤੋਂ। ਸੋ ਅੱਜ ਜੇ ਆਪ ਸਾਰਿਆਂ ਨੂੰ ਵਿਦਿਆ ਦਾ ਦਾਨ ਮਿਲ ਰਿਹਾ ਹੈ, ਉਹ ਮਾਰਚ ਦੀ ਉਸ ਸ਼ੁਰੂ ਕੀਤੀ ਸੇਵਾ ਤੋਂ ਹੀ ਅੱਜ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਥਰੂ ਆਪ ਜੀ ਨੂੰ ਮਿਲ ਰਿਹਾ। ਐਂਡ ਹੁਣ ਜਦੋਂ ਆਪ ਜੀ ਨੂੰ ਇਹ ਐਜੂਕੇਸ਼ਨ ਨਾਲ ਵੀ ਜੁੜੇ ਹੋ, ਆਪ ਜੀ ਕਿਤਾਬਾਂ ਨਾਲ ਵੀ ਜੁੜੇ ਹੋ, ਸੋ ਅਸੀਂ ਸਮਝ ਸਕਦੇ ਹਾਂ ਕਿ ਕਿੰਨੀ ਜ਼ਰੂਰੀ ਹੈ ਪੜ੍ਹਾਈ ਸਾਡੇ ਵਾਸਤੇ। ਚਾਈਲਡ ਵੈਲਫੇਅਰ ਦੇ ਥਰੂ ਵੀ ਸਮਾਜ ਸੇਵਾ ਕਰ ਸਕਦੇ ਹਾਂ। ਹੁਣ ਅਸੀਂ ਤੇ ਆਪ ਚਾਈਲਡ ਹੈਗੇ ਆ, ਅਸੀਂ ਇਹ ਸੇਵਾ ਕਿਵੇਂ ਕਰੀਏ ਬਈ, ਹੈ ਨਾ। ਫੋਰ ਐਗਜ਼ਾਮਪਲ, ਸਾਡੇ ਸਾਰਿਆਂ ਦਾ ਇੱਕ ਫੇਵਰਿਟ ਸਬਜੈਕਟ ਹੁੰਦਾ ਹੈ ਨਾ। ਆਪ ਜੀ ਦਾ ਜੋ ਫੇਵਰਿਟ ਹੈ, ਆਪ ਜੀ ਨੂੰ ਅੱਛੀ ਤਰ੍ਹਾਂ ਆਉਂਦਾ ਹੋਏਗਾ। ਸੋ ਜਦੋਂ ਆਪ ਜੀ ਅੱਛੀ ਤਰ੍ਹਾਂ ਪੜ੍ਹੋਗੇ ਉਹ ਸਬਜੈਕਟ, ਆਪ ਜੀ ਨੂੰ ਉਹਦੇ ਕਨਸੈਪਟਸ ਕਲੀਅਰ ਹੋਣਗੇ। ਪਰ ਕਈ ਬੱਚੇ ਐਸੇ ਵੀ ਹੋਣਗੇ ਜਿਨ੍ਹਾਂ ਨੂੰ ਸਬਜੈਕਟ ਨਹੀਂ ਅੱਛਾ ਲੱਗਦਾ ਤੇ ਉਹਨਾਂ ਨੂੰ ਕਨਸੈਪਟਸ ਨਹੀਂ ਕਲੀਅਰ ਹੋਣਗੇ। ਸੋ ਤੁਸੀਂ ਉਹਨਾਂ ਨੂੰ ਜਾ ਕੇ ਜੇ ਸਬਜੈਕਟ ਪੜ੍ਹਾਓ, ਭਾਵੇਂ ਤੁਹਾਡੇ ਆਪਣੀ ਕਲਾਸ ਦੇ ਨੇ, ਭਾਵੇਂ ਤੁਹਾਡੇ ਤੋਂ ਛੋਟੇ ਨੇ, ਉਹ ਵੀ ਸਮਾਜ ਸੇਵਾ ਦਾ ਇੱਕ ਹਿੱਸਾ ਹੈ, ਇੱਕ ਪਾਰਟ ਹੈ। ਸੋ ਆਪਣੇ ਆਸ-ਪਾਸ ਜਿੰਨੇ ਵੀ ਬੱਚੇ ਨੇ ਤੁਹਾਡੇ ਹਾਣ ਦੇ, ਤੁਹਾਡੇ ਤੋਂ ਛੋਟੇ, ਤੁਸੀਂ ਉਹਨਾਂ ਨੂੰ ਪੜ੍ਹਾਉਣਾ ਸ਼ੁਰੂ ਕਰੋ। ਜੇ ਅਸੀਂ ਬੱਚਿਆਂ ਦੀ ਵੈਲਫੇਅਰ ਦੇਖ ਰਹੇ ਹਾਂ ਤੇ ਬਜ਼ੁਰਗਾਂ ਦੀ ਵੀ ਦੇਖਣੀ ਹੈ। ਬਾਬਾ ਬੁੱਢਾ ਜੀ ਜਦੋਂ ਬਹੁਤ ਬਜ਼ੁਰਗ ਹੋ ਕੇ, ਇਹਨਾਂ ਦੀ ਉਮਰ ਲਗਭਗ 124 ਸਾਲ ਤੱਕ ਗਈ ਹੈ, ਲਗਭਗ ਮੰਨਿਆ ਜਾਂਦਾ ਹੈ, ਤੇ ਉਸ ਸਮੇਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਇਨਸਾਨੀ ਜਾਮੇ ਵਿੱਚ ਸਨ। ਜਦੋਂ ਬਾਬਾ ਬੁੱਢਾ ਜੀ ਬਹੁਤ ਬਜ਼ੁਰਗ ਹੋ ਗਏ, ਫਿਰ ਵੀ ਉਹਨਾਂ ਨੇ ਗੁਰੂ ਘਰ ਦੀ ਸੇਵਾ ਨਹੀਂ ਛੱਡੀ। ਉਹ ਫਿਰ ਵੀ ਗੁਰੂ ਘਰ ਦਰਸ਼ਨਾਂ ਨੂੰ ਆਉਂਦੇ ਸੀ, ਸੰਗਤ ਦੀ ਸੇਵਾ ਕਰਦੇ ਸਨ। ਤੇ ਜਦੋਂ ਇੱਕ ਵਾਰ ਭਾਈ ਸਾਹਿਬ ਜੀ, ਬਾਬਾ ਬੁੱਢਾ ਜੀ ਬਹੁਤ ਬਿਮਾਰ ਹੋ ਗਏ, ਬਾਅਦ ਵਿੱਚ ਬਹੁਤ ਢਿੱਲੇ ਪੈ ਗਏ, ਤੇ ਗੁਰੂ ਪਾਤਸ਼ਾਹ ਨੇ ਬਾਬਾ ਜੀ ਵਾਸਤੇ ਪਾਲਕੀ ਭੇਜਣੀ ਸ਼ੁਰੂ ਕੀਤੀ ਕਿ ਆਪ ਜੀ ਦਰਸ਼ਨਾਂ ਨੂੰ ਆਉਂਦੇ ਹੋ, ਆਪ ਜੀ ਪਾਲਕੀ ਵਿੱਚ ਬੈਠ ਕੇ ਆਓ, ਆਪ ਜੀ ਬਹੁਤ ਬਜ਼ੁਰਗ ਹੋ ਗਏ ਹੋ ਤੇ ਹੁਣ ਚੱਲਣਾ ਆਪ ਜੀ ਵਾਸਤੇ ਨਹੀਂ ਹੋ ਪਾ ਰਿਹਾ। ਸੋ ਪਾਲਕੀ ਭੇਜਦੇ ਸੀ ਕਿ ਆਪ ਜੀ ਪਾਲਕੀ ਵਿੱਚ ਆਓ। ਇੱਕ ਵਾਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਜਦੋਂ ਬਾਬਾ ਬੁੱਢਾ ਜੀ ਪਾਲਕੀ ਵਿੱਚ ਆ ਰਹੇ ਸੀ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਇੰਨਾ ਪਿਆਰ ਆਇਆ ਕਿ ਉਹਨਾਂ ਨੇ ਆਪ ਬਾਬਾ ਬੁੱਢਾ ਜੀ ਦੀ ਪਾਲਕੀ ਨੂੰ ਮੋਢਾ ਦਿੱਤਾ। ਹੁਣ ਉਹ ਗੱਲ ਵੱਖਰੀ ਹੈ ਕਿ ਉਸ ਵੇਲੇ ਬਾਬਾ ਬੁੱਢਾ ਜੀ ਨੂੰ ਪਤਾ ਲੱਗਿਆ ਕਿ ਗੁਰੂ ਪਾਤਸ਼ਾਹ ਜੀ ਮੋਢਾ ਦੇ ਰਹੇ ਨੇ, ਤੇ ਉਹ ਪਾਲਕੀ ਚੋਂ ਛਾਲ ਮਾਰ ਗਏ ਕਿ ਨਹੀਂ, ਆਪ ਜੀ ਮੈਨੂੰ ਨਾ ਚੁੱਕੋ ਨਾ। ਸੋ ਆਪ ਜੀ ਹੈ। ਪਰ ਇਹਨੂੰ ਜੇ ਇੱਕ ਹੋਰ ਦਾ ਐਸਪੈਕਟ ਵੇਖੀਏ ਕਿ ਗੁਰੂ ਪਾਤਸ਼ਾਹ ਨੇ ਬਜ਼ੁਰਗਾਂ ਦੀ ਸੇਵਾ ਕੀਤੀ, ਸੋ ਸਾਡਾ ਵੀ ਇਹ ਫਰਜ਼ ਬਣਦਾ ਹੈ ਕਿ ਅਸੀਂ ਵੀ ਬਜ਼ੁਰਗਾਂ ਦੀ ਸੇਵਾ ਕਰੀਏ। ਹੁਣ ਜਿਸ ਦੁਨਿਆਵੀ ਤਲ ਤੇ ਵੇਖੀਏ, ਬਹੁਤ ਬਜ਼ੁਰਗ ਨੇ ਜਿਨ੍ਹਾਂ ਕੋਲ ਰਹਿਣ ਨੂੰ ਥਾਂ ਨਹੀਂ। ਬਜ਼ੁਰਗ ਹੋਣ ਕਾਰਨ ਫਿਜ਼ੀਕਲ ਪ੍ਰੋਬਲਮਸ ਵੀ ਨੈਚੁਰਲੀ ਆਉਂਦੀਆਂ ਹੀ ਨੇ। that is a natural process aging ਦੀ। ਕਈ ਨੇ ਜਿਨ੍ਹਾਂ ਕੋਲ ਖਾਣ ਪੀਣ ਨੂੰ ਕੋਈ ਸੋਰਸ ਨਹੀਂ ਹੈ, ਕਈ ਹੈਗੇ ਜਿਨ੍ਹਾਂ ਦੇ ਘਰ ਪਰਿਵਾਰ ਉਹਨਾਂ ਨੂੰ ਛੱਡ ਗਏ। ਜੇ ਮਹਾਰਾਜ ਕਿਰਪਾ ਸਾਡੇ ਕੋਲ ਇਹ ਸਮਰੱਥਾ ਮਹਾਰਾਜ ਨੇ ਸਾਨੂੰ ਬਖਸ਼ੀ ਹੈ, ਸਾਡਾ ਸਰੀਰ ਤੰਦਰੁਸਤ ਹੈ, ਸਾਡੇ ਕੋਲ ਦੇਣ ਨੂੰ ਖਾਣ ਪੀਣ ਵਾਸਤੇ ਕੋਈ ਚੀਜ਼ਾਂ ਨੇ, ਸਾਡੇ ਕੋਲ ਦੇਣ ਵਾਸਤੇ ਰਹਿਣ ਨੂੰ ਥਾਂ ਹੈ, ਸੋ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਇਹ ਸੇਵਾ ਵੀ ਕਰ ਸਕਦੇ ਹਾਂ। ਬਜ਼ੁਰਗਾਂ ਦੀ ਸੇਵਾ, ਬਹੁਤ ਛੋਟੀਆਂ ਚੀਜ਼ਾਂ ਵੀ ਸੇਵਾ ਵਿੱਚ ਕਾਊਂਟ ਹੁੰਦੀਆਂ ਨੇ। ਜਿਵੇਂ ਕਿ ਅਗਰ ਕੋਈ ਬਜ਼ੁਰਗ ਸੜਕ ਤੇ ਜਾ ਰਿਹਾ, ਕੁਝ ਸਮਾਨ ਪਕੜਿਆ, ਤੁਸੀਂ ਉਹਨਾਂ ਦਾ ਸਮਾਨ ਪਕੜ ਲਓ, ਉਹਨਾਂ ਨੇ ਜਿੱਥੇ ਜਾਣਾ ਉੱਥੇ ਉਹਨਾਂ ਨੂੰ ਛੱਡ ਆਓ। ਹੋਰ ਵੀ ਕੁਝ ਨਹੀਂ, ਜੇ ਤੁਹਾਡੇ ਆਪਣੇ ਘਰ ਬਜ਼ੁਰਗ ਨੇ, ਤੁਹਾਡੇ ਦਾਦਾ ਦਾਦੀ, ਨਾਨਾ ਨਾਨੀ ਜੋ ਵੀ ਨੇ, ਉਹਨਾਂ ਨਾਲ ਤੁਸੀਂ ਜਾ ਕੇ 10 ਮਿੰਟ ਗੱਲ ਵੀ ਕਰ ਲੋਗੇ ਨਾ ਬਹਿ ਕੇ, ਉਹਨਾਂ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਹ ਜੋ ਫਿਰ ਅਸੀਸਾਂ ਦਿੰਦੇ ਨੇ, ਉਹਨਾਂ ਤੁਹਾਡਾ ਉਹ
ਸਮਾਂ ਬਿਤਾਇਆ ਵੀ ਸੇਵਾ ਵਿੱਚ ਜਾਂਦਾ ਹੈ। ਇੱਕ ਅੰਗਰੇਜ਼ੀ ਦੀ ਕਹਾਵਤ ਹੈ ਨਾ, ਚੈਰਿਟੀ ਬਿਗਿਨਸ ਐਟ ਹੋਮ। ਸੋ ਅਸੀਂ ਆਪਣੇ ਘਰੋਂ ਹੀ ਉਹ ਸੇਵਾ ਕਰਨੀ ਸ਼ੁਰੂ ਕਰੀਏ। ਬਜ਼ੁਰਗਾਂ ਦੀ ਸੇਵਾ, ਬੱਚਿਆਂ ਦੀ ਸੇਵਾ। ਅਸੀਂ ਹੋਰ ਕੀ ਕਰ ਸਕਦੇ ਹਾਂ? ਹੈਲਥ ਕੇਅਰ। ਗੁਰੂ ਹਰਿਰਾਏ ਪਾਤਸ਼ਾਹ ਜੀ, ਉਹਨਾਂ ਨੇ ਬਹੁਤ ਤੇ ਦੁਨੀਆ ਦੀਆਂ ਬੈਸਟ ਡਿਸਪੈਂਸਰੀਜ਼ ਬਣਾਈਆਂ ਸਨ। ਉਹ ਲੋਕਾਂ ਦਾ ਇਲਾਜ ਕਰਦੇ ਸਨ, ਦਵਾ ਦਿੰਦੇ ਸਨ। ਸੋ ਅੱਜ ਵੀ ਮਹਾਰਾਜ ਕਿਰਪਾ ਅਸੀਂ ਗੁਰਦੁਆਰਾ ਸਾਹਿਬਾਨਾਂ ਵਿੱਚ ਵੇਖਦੇ ਹਾਂ ਕਿ ਚੈਰੀਟੇਬਲ ਡਿਸਪੈਂਸਰੀਜ਼ ਚਲਦੀਆਂ ਨੇ। ਉਹੀ ਗੁਰੂ ਪਾਤਸ਼ਾਹ ਦੀਆਂ ਸ਼ੁਰੂ ਕੀਤੀਆਂ ਅੱਜ ਚੱਲ ਰਹੀਆਂ ਨੇ, ਜਿਨ੍ਹਾਂ ਵਿੱਚ ਬਹੁਤ ਹੀ ਘੱਟ ਪੈਸਿਆਂ ਨਾਲ ਬਹੁਤ ਹੀ ਸੋਹਣਾ ਇਲਾਜ ਹੈ। ਸੋ ਜੇ ਆਪ ਜੀ ਕੋਲ ਉਹ ਟ੍ਰੇਨਿੰਗ ਹੈ ਕਿ ਆਪ ਜੀ ਹੈਲਥ ਕੇਅਰ ਵਿੱਚ ਕੰਟਰੀਬਿਊਟ ਕਰ ਸਕੋ, ਹੁਣ ਉਹ ਜ਼ਰੂਰੀ ਹਸਪੀਟਲ ਜਾ ਕੇ ਬੈਠਣਾ ਹੈ, ਆਪ ਜੀ ਨੇ ਚੈਰਿਟੀਜ਼ ਵਿੱਚ ਜਾਂ ਟਰਸਟ ਵਿੱਚ ਜਾ ਕੇ ਹੀ ਬੈਠਣਾ ਹੈ, ਡਿਸਪੈਂਸਰੀਜ਼ ਵਿੱਚ ਜਾ ਕੇ ਹੀ ਬੈਠਣਾ ਹੈ। ਛੋਟੀਆਂ ਛੋਟੀਆਂ ਚੀਜ਼ਾਂ, ਸਾਨੂੰ ਸਾਰਿਆਂ ਨੂੰ ਇੱਕ ਬੇਸਿਕ ਫਰਸਟ ਏਡ ਜ਼ਰੂਰ ਆਣੀ ਚਾਹੀਦੀ ਹੈ ਨਾ। ਅਸੀਂ ਐਗਜ਼ਾਮਪਲ ਲੈਂਦੇ ਹਾਂ ਭਾਈ ਕਨਈਆ ਜੀ ਦੀ। ਜਦੋਂ ਭਾਈ ਕਨਈਆ ਜੀ ਜੰਗ ਦੇ ਮੈਦਾਨ ਵਿੱਚ ਸਾਰਿਆਂ ਨੂੰ ਜਲ ਛਕਾਉਂਦੇ ਸਨ, ਤਾਂ ਗੁਰੂ ਮਹਾਰਾਜ ਨੇ ਉਹਨਾਂ ਨੂੰ ਮਰਮ ਤੇ ਪੱਟੀ ਵੀ ਦਿੱਤੀ ਸੀ ਕਿ ਆਪ ਜੀ ਸਾਰਿਆਂ ਦੀ ਦਵਾ ਦਾਰੂ ਵੀ ਕਰੋ। ਜੇ ਉਸ ਵੇਲੇ ਜੇ ਹੁਣ ਮੰਨ ਲਓ ਜੇ ਸਾਡੇ ਸਾਹਮਣੇ ਐਸੀ ਕੋਈ ਸਿਚੁਏਸ਼ਨ ਆ ਗਈ ਜਿੱਥੇ ਸਾਨੂੰ ਫਰਸਟ ਏਡ ਦੇਣੀ ਪਵੇ, ਤੇ ਸਾਡੇ ਕੋਲ ਉਹ ਸਕਿੱਲਸ ਤੇ ਰਿਸੋਰਸਸ ਦੀ ਅਵੇਲੇਬਿਲਿਟੀ ਹੋਵੇ, ਸੋ ਅਸੀਂ ਫਰਸਟ ਏਡ ਸਿੱਖੀਏ। ਬੇਸਿਕ ਕਿਸ ਨੂੰ ਹਲਕੀ ਜਿਹੀ ਚੋਟ ਲੱਗ ਗਈ, ਕੋਈ ਬੱਚਾ ਗਿਰ ਗਿਆ ਸਾਡੇ ਸਾਹਮਣੇ, ਅਸੀਂ ਉਹਦੀ ਮਰਮ ਪੱਟੀ ਕਰ ਸਕੀਏ, ਉਹ ਵੀ ਸਮਾਜ ਸੇਵਾ ਹੈ। ਜੇ ਮਹਾਰਾਜ ਕਿਰਪਾ ਆਪ ਜੀ ਅੱਗੇ ਵੱਡੇ ਹੋ ਕੇ ਡਾਕਟਰਸ ਬਣਨਾ ਚਾਹੁੰਦੇ ਹੋ ਜਾਂ ਹੈਲਥ ਕੇਅਰ ਵਿੱਚ ਕਿਸੇ ਵੀ ਸਰਵਿਸਿਜ਼ ਵਿੱਚ ਜਾਣਾ ਚਾਹੁੰਦੇ ਹੋ, ਡੈਂਟਿਸਟ ਬਣ ਗਏ ਜਾਂ ਹੋਰ ਬਹੁਤ ਸਾਰੇ ਫੀਲਡਸ ਹੈਗੇ ਹੈਲਥ ਕੇਅਰ ਵਿੱਚ, ਜੇ ਜਿੱਥੇ ਵੀ ਜਾਣਾ ਚਾਹੁੰਦੇ ਹੋ, ਯਾਦ ਰੱਖੀਏ ਕਿ ਸਾਡੀ ਕਿਰਤ ਜੋ ਵੀ ਹੈ, ਅਸੀਂ ਉਹਦੇ ਨਾਲ ਨਾਲ ਸਮਾਜ ਸੇਵਾ ਕਿਵੇਂ ਕਰਨੀ ਹੈ ਉਹਦਾ ਪਲਾਨ ਵੀ ਆਪਣੇ ਕੋਲ ਜ਼ਰੂਰ ਰੱਖੀਏ। ਮਹਾਰਾਜ ਨੂੰ ਅਰਦਾਸ ਚੌਧਰੀ ਕਰੀਏ ਕਿ ਜਿਹੜੀ ਵੀ ਕਿਰਤ ਰਵੇ ਨਾਲ ਨਾਲ ਸੇਵਾ ਨਾ ਛੁੱਟੇ। ਸੋ ਅਸੀਂ ਉਹ ਸਕਿੱਲਸ ਡਿਵੈਲਪ ਕਰੀਏ। ਜੇ ਆਪ ਜੀ ਹੈਲਥ ਕੇਅਰ ਵਿੱਚ ਜਾਣਾ ਚਾਹੁੰਦੇ ਹੋ, ਮੈਡੀਕਲ ਲਾਈਨ ਵਿੱਚ ਜਾਣਾ ਚਾਹੁੰਦੇ ਹੋ, ਤੇ ਆਪ ਜੀ ਕੋਲ ਸਕਿੱਲਸ ਹੋਣਗੇ ਤੇ ਉਹਨਾਂ ਨੂੰ ਆਪ ਜੀ ਚੈਰਿਟੀ ਵਿੱਚ, ਸਮਾਜ ਸੇਵਾ ਵਿੱਚ ਜ਼ਰੂਰ ਲਾਓ। ਤੇ ਚਲੋ ਉਹ ਰਹੀ ਅੱਗੇ ਦੀ ਗੱਲ, ਪਰ ਅੱਜ ਐਜ਼ ਸਟੂਡੈਂਟਸ ਜੇ ਆਪ ਜੀ ਕੋਲ ਉਹ ਵੀ ਅਸੀਂ ਸਮਾਜ ਸੇਵਾ ਵਿੱਚ ਲਾ ਸਕਦੇ ਹਾਂ। ਕਮਿਊਨਿਟੀ ਸਰਵਿਸ। ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਹਨਾਂ ਦੇ ਪਿਤਾ ਜੀ ਨੇ ਗੁਰੂ ਪਾਤਸ਼ਾਹ ਨੂੰ ਕੁਝ ਪੈਸੇ ਦਿੱਤੇ ਕਿ ਆਪ ਜੀ ਸੱਚਾ ਸੌਦਾ ਕਰਕੇ ਆਓ, ਮਹਾਰਾਜ ਨੇ ਸੱਚਾ ਸੌਦਾ ਸਾਧੂਆਂ ਨੂੰ, ਲੋੜਵੰਦਾਂ ਨੂੰ ਭੋਜਨ ਛਕਾਉਣ ਵਿੱਚ ਸਮਝਿਆ ਤੇ ਉਹੀ ਉਹਨਾਂ ਨੇ ਕੀਤਾ। ਸਮਾਜ ਸੇਵਾ ਉੱਥੋਂ ਹੀ ਸ਼ੁਰੂ ਹੋ ਗਈ ਸੀ, ਜਿੱਥੇ ਸਾਨੂੰ ਮਾਇਆ ਤੇ ਮਿਲੀ ਕਿ ਅਸੀਂ ਆਪਣਾ ਕੋਈ ਬਿਜ਼ਨਸ ਸ਼ੁਰੂ ਕਰੀਏ, ਕੋਈ ਪ੍ਰੋਫਿਟੇਬਲ ਬਿਜ਼ਨਸ। ਪਰ ਜੇ ਮਨ 'ਚ ਤੁਹਾਡੇ ਪਿਆਰ ਹੈ ਤੇ ਤੁਹਾਨੂੰ ਉਹ ਸੇਵਾ ਦਿਖੇਗੀ ਜੋ ਕਿ ਤੁਸੀਂ ਉਸ ਮਾਇਆ ਨਾਲ ਕਰ ਸਕਦੇ ਹੋ। ਸੋ ਉਹੀ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ। ਮਹਾਰਾਜ ਨੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਤੇ ਅੱਜ ਮਹਾਰਾਜ ਕਿਰਪਾ ਥਾਂ ਥਾਂ ਲੰਗਰ ਲੱਗਦੇ ਨੇ। ਤੇ ਇਹ ਰਿਸਰਚ ਹੋਈ ਹੈ ਬਕਾਇਦਾ ਦੁਨੀਆ ਭਰ ਵਿੱਚ ਕਿ ਲੰਗਰ ਕਰਕੇ ਪਤਾ ਨਹੀਂ ਕਿੰਨੇ ਹੀ ਕਰੋੜਾਂ ਲੋਕ ਅੱਜ ਭੁੱਖੇ ਨਹੀਂ ਸੌਂਦੇ। ਸੋ ਜਿੱਥੇ ਲੰਗਰ ਹੈ ਉੱਥੇ ਆਸ-ਪਾਸ ਕੋਈ ਭੁੱਖਾ ਨਹੀਂ ਸੋਏਗਾ। ਬਹੁਤ ਵੱਡੀ ਸਮਾਜ ਸੇਵਾ ਹੈ। ਸੋ ਮਹਾਰਾਜ ਕਿਰਪਾ ਇੱਕ ਸਾਖੀ ਆਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਸਮੇਂ ਦੀ। ਮਹਾਰਾਜ ਨੇ ਸਾਰੇ ਸਿੱਖਾਂ ਨੂੰ ਹੁਕਮ ਕੀਤਾ ਸੀਗਾ ਕਿ ਆਪ ਜੀ ਨੇ ਆਪਣੇ ਘਰ ਲੰਗਰ ਤਿਆਰ ਬਰ ਤਿਆਰ ਰੱਖਣਾ ਹੈ। ਕੋਈ ਵੀ ਸਾਧੂ ਸੰਤ ਕੋਈ ਵੀ ਆਂਦਾ ਜਾਂਦਾ ਆਪ ਜੀ ਤੋਂ ਲੰਗਰ ਮੰਗੇ, ਆਪ ਜੀ ਨੇ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਨਾ। ਹੁਣ ਗੁਰੂ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਉਹਨਾਂ ਨੇ ਫਿਰ ਟੈਸਟ ਵੀ ਕੀਤਾ ਸਾਰਿਆਂ ਨੂੰ। ਪਹਿਲੇ ਮਹਾਰਾਜ ਇੱਕ ਸੰਗਤ ਦੇ ਘਰ ਗਏ ਤੇ ਬਹੁਤ ਤੜਕੇ ਮਹਾਰਾਜ ਇੱਕ ਸਾਧੂ ਦਾ ਰੂਪ ਲੈ ਕੇ
बहुत तड़के ही उन्हें संगत के घर गए, दरवाजा खड़खड़ाया कि कुछ भोजन दिओ। संगत ने अंदर आवाज दी कि अज ते बहुत बहुत अजे सवेर है, अमृत वेला होया, अजे कुछ नहीं घर बनाया, बाद चो आना। सो उस वेले महाराज खाली हाथ मुड़े उत्थों। इस तरह ही गुरु महाराज पहुंचे भाई नंद लाल जी के घर। ਉੱਥੇ ਹੁਣ ਸਮਾਂ ਤੇ ਉਹ ਵੀ ਅੰਮ੍ਰਿਤ ਵੇਲੇ ਦਾ ਸੀ ਤੇ ਭਾਈ ਨੰਦ ਲਾਲ ਜੀ ਉਸ ਵੇਲੇ ਬਾਣੀ ਪੜਦਿਆਂ ਪੜਦਿਆਂ ਅੰਦਰ ਲੰਗਰ ਤਿਆਰ ਕਰ ਰਹੇ ਸਨ ਤੇ ਜਿਵੇਂ ਹੀ ਗੁਰੂ ਮਹਾਰਾਜ ਭੇਸ ਧਾਰਨ ਕਰਕੇ ਪਹੁੰਚੇ ਉੱਥੇ ਭਾਈ ਨੰਦ ਲਾਲ ਜੀ ਨੇ ਉਹਨਾਂ ਨੂੰ ਅੰਦਰ ਬਿਠਾਇਆ ਤੇ ਉਹਨਾਂ ਨੂੰ ਮਾਫੀ ਮੰਗੀ ਕਿ ਲੰਗਰ ਤਿਆਰ ਹੋ ਹੀ ਰਿਹਾ ਹੈ, ਆਪ ਜੀ ਜੇ ਬਸ 5 ਮਿੰਟ ਇੱਥੇ ਵੇਟ ਕਰੋ ਤੇ ਮੈਂ ਲੰਗਰ ਹੁਣੇ ਲਿਆ ਕੇ ਦੇਣਾ। ਉਹਨਾਂ ਨੇ ਫਟਾਫਟ ਲੰਗਰ ਤਿਆਰ ਕੀਤਾ ਤੇ ਗੁਰੂ ਮਹਾਰਾਜ ਨੇ ਜੋ ਕਿ ਉਸ ਵੇਲੇ ਸਾਧੂ ਤੇ ਭੇਸ ਵਿੱਚ ਸਨ ਉਹਨਾਂ ਨੂੰ ਲੰਗਰ ਛਕਾਇਆ ਤੇ ਉਹਨਾਂ ਨੇ ਗੁਰੂ ਮਹਾਰਾਜ ਦਾ ਹੁਕਮ ਮੰਨਿਆ, ਉਸ ਹੁਕਮ ਤੇ ਉਹ ਖਰੇ ਉਤਰੇ। ਸੋ ਮਹਾਰਾਜ ਨੇ ਸਾਨੂੰ ਹੁਕਮ ਜੇ ਉਸ ਵੇਲੇ ਸੰਗਤ ਨੂੰ ਦਿੱਤਾ, ਮਤਲਬ ਉਹ ਸਾਡੇ ਵਾਸਤੇ ਅੱਜ ਵੀ ਕਾਇਮ ਹੈ। ਸੋ ਇਹ ਸਾਡੇ ਸਾਰਿਆਂ ਵਾਸਤੇ ਹੁਕਮ ਹੈ ਕਿ ਜੇ ਕੋਈ ਆਪ ਜੀ ਦੇ ਘਰ ਆਂਦਾ ਹੈ, ਬੂਹਾ ਖੜਖੜਾਂਦਾ ਹੈ, ਉਹਨਾਂ ਨੂੰ ਭੋਜਨ ਚਾਹੀਦਾ ਹੈ ਤੇ ਕਦੀ ਉਹਨੂੰ ਅਸੀਂ ਖਾਲੀ ਹੱਥ ਨਹੀਂ ਮੋੜਨਾ। ਸੋ ਉਹ ਵੀ ਮਹਾਰਾਜ ਨੇ, ਅਸੀਂ ਦੇਖੀਏ ਤੇ ਸਿੱਖੀ ਵਿੱਚ ਨਾ ਸੇਵਾ ਤੇ ਸਿਮਰਨ ਬਿਲਕੁਲ ਇਕੱਠੇ ਚੱਲਦੇ ਨੇ। ਸੋ ਬਾਈ ਬਰਥ ਜੇ ਮਹਾਰਾਜ ਕਿਰਪਾ ਆਪ ਜੀ ਸਿੱਖੀ ਵਿੱਚ ਹੋ ਜਾਂ ਜੇ ਆਪ ਜੀ ਬਾਅਦ ਚੋਂ ਵੀ ਸਿੱਖੀ ਧਾਰਨ ਕਰਦੇ ਹੋ ਜਾਂ ਜੇ ਆਪ ਜੀ ਹੋਰ ਕੁਝ ਨਹੀਂ ਤੇ ਗੁਰੂ ਨਾਨਕ ਪਾਤਸ਼ਾਹ ਦੇ ਵਿੱਚ ਆਪ ਜੀ ਹੁਕਮ ਜੋ ਨੇ ਉਹਨਾਂ ਨੂੰ ਮੰਨਦੇ ਹੋ ਤੇ ਆਪ ਜੀ ਦੇ ਅੰਦਰ ਇਹ ਪਿਆਰ ਪਹਿਲੇ ਤੋਂ ਹੀ ਮਹਾਰਾਜ ਨੇ ਭਰਿਆ ਹੋਇਆ ਹੈ। ਆਪ ਜੀ ਨੂੰ ਪਹਿਲੇ ਤੋਂ ਇਹ ਹੁਕਮ ਮਿਲੇ ਹੋਏ ਨੇ ਕਿ ਅਸੀਂ ਸੇਵਾ ਕਰਨੀ ਹੈ ਤੇ ਕਿਵੇਂ ਕਿਵੇਂ ਕਰਨੀ, ਮਹਾਰਾਜ ਨੇ ਬਹੁਤ ਸਾਰੇ ਤਰੀਕੇ ਬਖਸ਼ੇ ਨੇ। ਸੋ ਅਸੀਂ ਕਮਿਊਨਿਟੀ ਸਰਵਿਸ ਵੀ ਕਰ ਸਕਦੇ ਹਾਂ ਜਿੱਥੇ ਅਸੀਂ ਡਾਇਰੈਕਟਲੀ ਸੰਗਤ ਨੂੰ ਉਹ ਰਿਸੋਰਸਸ ਪ੍ਰੋਵਾਈਡ ਕਰੀਏ, ਭਾਵੇਂ ਉਹ ਲੰਗਰ ਹੈ, ਭਾਵੇਂ ਕੱਪੜੇ ਨੇ, ਭਾਵੇਂ ਕੁਝ ਕਿਤਾਬਾਂ ਨੇ, ਰਹਿਣ ਦੀ ਥਾਂ ਹੈ। ਅਸੀਂ ਅੱਜ ਦੇਖਦੇ ਹਾਂ ਅੱਜ ਕੱਲ੍ਹ ਬਹੁਤ ਆਰਗੇਨਾਈਜੇਸ਼ਨਸ ਵੀ ਇਸ ਤਰ੍ਹਾਂ ਸਮਾਜ ਸੇਵਾ ਵਿੱਚ ਜੁੜੀਆਂ ਨੇ। ਜਿਵੇਂ ਸਭ ਤੋਂ ਵੱਡੀ ਅਸੀਂ ਦੇਖਦੇ ਹਾਂ ਖਾਲਸਾ ਏਡ, ਜਿੱਥੇ ਵੀ ਰਿਫਿਊਜੀਜ਼ ਨੇ, ਕੈਂਪਸ ਲੱਗਦੇ ਨੇ, ਜਿੱਥੇ ਕੋਈ ਆਰਫਨੇਜਸ ਨੇ, ਉੱਥੇ ਜਾ ਕੇ ਉਹ ਸਾਰੀਆਂ ਸਰਵਿਸਿਜ਼ ਪ੍ਰੋਵਾਈਡ ਕਰਾਉਂਦੇ ਨੇ। ਸੋ ਇਹ ਵੀ ਇੱਕ ਫਾਰਮ ਹੈ, ਇਸ ਤਰੀਕੇ ਨਾਲ ਵੀ ਅਸੀਂ ਸਮਾਜ ਸੇਵਾ ਕਰ ਸਕਦੇ ਹਾਂ। ਅੱਗੇ ਇੱਕ ਤਰੀਕਾ ਆਉਂਦਾ ਹੈ ਹੈਲਪਿੰਗ ਦ ਡਿਸੇਬਲਡ। ਭਗਤ ਪੂਰਨ ਸਿੰਘ ਜੀ ਪਿੰਗਲਵਾੜਾ ਅਸੀਂ ਦੇਖਦੇ ਹਾਂ। ਸੋ ਉਹਨਾਂ ਨੇ ਇਹ ਸੇਵਾ ਬਖੂਬੀ ਨਿਭਾਈ ਤੇ ਸਾਡੇ ਸਾਰਿਆਂ ਵਾਸਤੇ ਇੱਕ ਐਗਜ਼ਾਮਪਲ ਉਹਨਾਂ ਨੇ ਸਾਡੇ ਅੱਗੇ ਰੱਖਿਆ। ਮਹਾਰਾਜ ਕਿਰਪਾ, ਮਹਾਰਾਜ ਨੇ ਸਾਨੂੰ ਸਰੀਰ ਪੱਖੋਂ ਤੰਦਰੁਸਤੀ ਬਖਸ਼ੀ ਹੈ ਤੇ ਜੇ ਸਾਨੂੰ ਬਖਸ਼ੀ ਹੈ, ਕਈ ਐਸੇ ਵੀ ਨੇ ਜਿਨ੍ਹਾਂ ਨੂੰ ਤੰਦਰੁਸਤੀ ਨਹੀਂ ਮਿਲੀ ਤੇ ਜੇ ਤੁਹਾਨੂੰ ਮਿਲੀ ਹੈ, ਜੇ ਆਪ ਜੀ ਇਸ ਸਮੇਂ ਇੱਥੇ ਬੈਠੇ ਹੋਏ ਦੇਖ ਪਾ ਰਹੇ ਹੋ, ਸੁਣ ਰਹੇ ਹੋ, ਪੜ੍ਹਾਈ ਕਰ ਰਹੇ ਹੋ, ਮਤਲਬ ਮਹਾਰਾਜ ਦੀ ਆਪ ਜੀ ਉੱਪਰ ਬਹੁਤ ਕਿਰਪਾ ਹੈ। ਸੋ ਅਸੀਂ ਉਹਨਾਂ ਨੂੰ ਹੈਲਪ ਕਰ ਸਕਦੇ ਹਾਂ ਜੋ ਕਿਸੇ ਨਾ ਕਿਸੇ ਪੱਖੋਂ ਉਹਨਾਂ ਨੂੰ ਇਹ ਸਾਰੀਆਂ ਸੁਵਿਧਾਵਾਂ, ਇਹ ਸਾਰੇ ਰਿਸੋਰਸਿਸ ਨਹੀਂ ਮਿਲੇ। ਕੋਈ ਮੈਂਟਲੀ ਵੀਕ ਹੁੰਦਾ ਹੈ, ਕੋਈ ਫਿਜ਼ੀਕਲੀ ਵੀਕ ਹੁੰਦਾ ਹੈ। ਸੋ ਇਹ ਸਾਡਾ ਇੱਕ ਫਰਜ਼ ਹੈ ਕਿ ਅਸੀਂ ਉਹਨਾਂ ਦੀ ਸੇਵਾ ਕਰੀਏ। ਸੋ ਆਪ ਜੀ ਪਿੰਗਲਵਾੜਾ ਬਾਰੇ ਹੋਰ ਪੜੋ, ਭਗਤ ਪੂਰਨ ਸਿੰਘ ਜੀ ਬਾਰੇ ਹੋਰ ਪੜੋ, ਪਤਾ ਲੱਗੇਗਾ ਕਿ ਕਿਵੇਂ ਸ਼ੁਰੂਆਤ ਕੀਤੀ ਤੇ ਅੱਜ ਪਿੰਗਲਵਾੜਾ ਕਿੱਥੇ ਹੈ। ਮੈਂਟਲ ਹੈਲਥ ਐਂਡ ਕਲੀਨਿਕਲ ਸੋਸ਼ਲ ਵਰਕ ਇੱਕ ਹੋਰ ਤਰੀਕਾ ਸਮਾਜ ਸੇਵਾ ਕਰਨ ਦਾ। ਡਾਕਟਰ ਜਸਵੰਤ ਸਿੰਘ ਜੀ ਨੇਕੀ ਇਸ ਫੀਲਡ ਵਿੱਚ ਐਕਸਪਰਟ ਹੋਏ ਨੇ। ਭਾਈ ਸਾਹਿਬ ਜੀ ਇੱਕ ਡਾਕਟਰ ਹੈਗੇ ਸੀ, ਸਾਈਕੈਟ੍ਰਿਸਟ ਹੈਗੇ ਸਨ। ਭਾਈ ਸਾਹਿਬ ਜੀ ਇੱਕ ਪੋਇਟ ਹੋਏ ਨੇ, ਰਾਈਟਰ ਹੋਏ ਨੇ ਤੇ ਉਹ ਸੋਸ਼ਲ ਵਰਕਰ ਵੀ ਹੋਏ ਨੇ। ਉਹਨਾਂ ਨੇ ਮਹਾਰਾਜ ਦੀ ਦਿੱਤੀ ਇਸ ਦਾਤ ਨੂੰ, ਮਤਲਬ ਮੈਂਟਲ ਹੈਲਥ ਦੀ ਉਹਨਾਂ ਨੂੰ ਦਾਤ ਮਿਲੀ ਸੀ, ਮੈਂਟਲ ਹੈਲਥ ਸਮਝਣ ਦੀ ਨਾ, ਉਹਨਾਂ ਨੇ ਉਸ ਦਾਤ ਨੂੰ ਸਮਾਜ ਸੇਵਾ ਵਿੱਚ ਲਾਇਆ। ਉਹਨਾਂ ਨੇ ਬਹੁਤ ਸਾਰੀਆਂ ਬੁੱਕਸ ਵੀ ਲਿਖੀਆਂ ਨੇ। ਉਹਨਾਂ ਨੇ ਆਪਣੇ अर्ਲੀ ਏਜਸ ਵਿੱਚ ਹੀ, ਆਪਣੇ ਕਾਲਜ ਲਾਈਫ ਵਿੱਚ ਹੀ ਉਹਨਾਂ ਨੇ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਦਾ ਹਿੱਸਾ ਬਣੇ ਜਿੱਥੇ ਉਹਨਾਂ ਨੇ ਮੈਂਟਲ ਹੈਲਥ ਨੂੰ ਐਡਵੋਕੇਟ ਕੀਤਾ, ਮੈਂਟਲ ਹੈਲਥ ਰਿਲੇਟਡ ਆਪਣੀਆਂ ਸੇਵਾਵਾਂ ਦਿੱਤੀਆਂ। ਸੋ ਅਸੀਂ ਜੇ ਸਾਡੇ ਕੋਲ ਇਹ ਸਕਿੱਲ ਹੈ ਮੈਂਟਲ ਹੈਲਥ ਦਾ, ਮੈਂਟਲ ਹੈਲਥ ਸਮਝਣ ਦਾ, ਮੈਂਟਲ ਹੈਲਥ ਨੂੰ ਕਿਉਰ ਕਰਨ ਦਾ, ਤੇ ਅਸੀਂ ਉਹਦੇ ਵਿੱਚ ਵੀ ਸਮਾਜ ਸੇਵਾ ਕਰ ਸਕਦੇ ਹਾਂ।
ਅਵੇਅਰਨੈਸ ਫੈਲਾਣੀ। ਸਿੱਖੀ ਕੀ ਹੈ, ਗੁਰੂ ਕੀ ਹੈ, ਤੁਹਾਡੇ ਰਾਈਟਸ ਕੀ ਨੇ, ਐਜ਼ ਅ ਸਿੱਖ ਮਾਰਚ ਨੇ ਸਾਨੂੰ ਕੀ ਕੀ ਉਪਦੇਸ਼ ਬਖਸ਼ੇ ਨੇ, ਐਜ਼ ਅ ਹਿਊਮਨ ਸਾਡੇ ਕੀ ਕੀ ਰਾਈਟਸ ਹੈਗੇ, ਸਾਡੇ ਕੀ ਕੀ ਰਿਸਪੌਂਸਿਬਿਲਿਟੀਜ਼ ਨੇ। ਉਹਨਾਂ ਸਾਰਿਆਂ ਇਹਨਾਂ ਸਭ ਚੀਜ਼ਾਂ ਬਾਰੇ ਅਵੇਅਰਨੈਸ ਫੈਲਾਣੀ ਉਹ ਵੀ ਇੱਕ ਬਹੁਤ ਵੱਡੀ ਸੇਵਾ ਹੈ। आजकल बहुत सारी ऑर्गेनाइजेशंस बेसिक्स ऑफ सिक्खी है, एजुकेट पंजाब प्रोजेक्ट, आप जो इस टाइम सैशंस चल रहे ने वो ऐसे सेवा का एक हिस्सा ने। इन्ने महान कथावाचक हुए ने भाई पिंदरपाल सिंह जी, मस्कीन जी, किन्ने ही ਵੱਡੇ कथावाचक हुए ने, वो भी ऐसे सेवा विच ही जुड़े ने। सो अवेयरनेस फैलानी भावें वो असी 1-to-1 गल करके फैलाइए, भावें असी ऑनलाइन वीडियोस शेयर करिए, भावें असी कैंप्स लगाइए। सो किसी भी तरह अवेयरनेस फैलानी भी एक बहुत वड्डी सेवा है। हुण असी इस एज ते किवें सेवा कर सकते हाँ। फॉर एग्जाम्पल जे आप जी ने सिक्खी बारे कुछ भी समझा, जे आप जी ने पढ़ाई बारे कुछ भी समझा, जे आप जी ने अपने राइट्स बारे कुछ भी समझा, आप जी दे हुणे सैशंस चल रहे ने, पहले भी कैंप्स चले ने, उन्हां विचों आप जी ने जो भी सिक्ख्या आप जी वो अगे जाके सारियां नूं सिखाओ। इहनूं ना साइंस विच एक स्नोबॉल टेक्निक कहा जाता है कि जे असी कुछ सिक्ख्या असी अगे वो एक नूं होर सिखाईए, वो अगे एक नूं होर सिखाएगा, या असी दो नूं सिखाईए ते उहनूं कहिए कि तुसी अगे दो नूं होर सिखाना, सो वो दो नूं सिखाएगा, अगे वो दो नूं सिखाएगा, ते इस तरह ही अवेयरनेस वधदी जाएगी। सो आप जी ये चीज आज तो हुणे तो ही शुरू कर सकते हो। आप जी जो भी सिख रहे हो अपने घर सारिਆਂ ਨੂੰ दसो, अपने कजन्स ਨੂੰ दसो, आप जी दे महल्ले विच जिन्ने भी बच्चे रहंदे ने आप जी उन्हां नाल गल करो। ਅਸੀਂ रोज मिलते हाँ बच्चों ਨੂੰ, ਅਸੀਂ अपने फैमिली ਨੂੰ मिलते हाँ, ਅਸੀਂ बहुत सारियां गल्लां करते हैं। जे ਅਸੀਂ उन्हां गल्लां विचों सिर्फ 5 मिनट ही ਇਹ सारी सिक्ख्या ਨੂੰ शेयर करन विच लगाइए ते वो भी सेवा मन्नी जाएगी। आप जी उस अवेयरनेस की सेवा विच हिस्सा पाओगे। सो अवेयरनेस फैलानी, एजुकेट करना भी एक सेवा का ही हिस्सा है। हुण अगे असी जे किसी चीज विच ट्रेनिंग लैंदे हाँ ते असी वो ट्रेनिंग अगे सारियां नूं दे सकते हैं। फॉर एग्जाम्पल जे आप जी कोल कोई स्किल है ना सिलाई करनी, जे आप जी कोल स्किल है पढ़ाना, तुसी पढ़ाना किसी नूं सिखा सकते हो ना, जे आप जी सिलाई कर सकते हो, आप जी सिलाई करना किसी नूं सिखा सकते हो ताकि अगे उन्हां नूं भी जॉब्स मिल सकन। सो वो भी सेवा का एक हिस्सा है। पॉलिटिक्स असी वेखते हैं महाराजा रणजीत सिंह जी का जो टेन्योर होया है, जो उन्हां खालसा राज होया है, उस समय पॉलिटिक्स सब और ते सब तो ऊंची सी। सो महाराज कृपा असी भी जे आप जी दा इंटरेस्ट है, जे आप जी जाना चाहो ते पॉलिटिक्स विच जाके, जो आज की पॉलिटिक्स सानू सारियां नू पता की हाल हो चुके ने पॉलिटिक्स ते, है ना। सो असी महाराजा रणजीत सिंह जी तो सेध लैके असी सच्ची सुच्ची पॉलिटिक्स भी कर सकते हाँ। सो वो भी सेवा का एक हिस्सा है। वेलफेयर गुरु गोबिंद सिंह जी पातशाह के समय जदों कोई भी गुरु जी पास फरियाद लैके आंदा सी, सब तो पहले ते गुरु पातशाह ने एक ऑर्गेनाइजेशन नहीं कहांगे, एक कम्यूनिटी ही इदां दी बनाई सी। उन्होंने खालसा पंथ इदां दा साजिया कि पूरी दुनिया नू पता है कि जे मैनू जस्टिस चाहिदा है, जे मैनू हेल्प चाहिदी है, जे मैं किसी खालसा कोल जावां ते मैनू जरूर हेल्प मिलेगी। सो गुरु पातशाह वेले उस समय असी कहिए ते ईवन अज भी भैणां नू, औरतां नू बहुत ही सत्कार नाल नहीं ट्रीट किया जाता सी, नहीं उस नजर नाल सत्कार जो नजर नाल देखा जाता सी। सो एक बार की होया कि किसे दे घर, किसी संगत दे घर विआह होया ते जदों डोली जा रही सी ते राह विच ही
उस औरत ਨੂੰ ਉਸ ਕੁੜੀ ਨੂੰ ਜਿਨ੍ਹਾਂ ਦਾ ਵਿਆਹ ਆਨੰਦ ਕਾਰਜ ਹੋਇਆ ਉਸ ਵੇਲੇ ਵਿਆਹ ਹੋਇਆ ਕਿਸੇ ਹਿੰਦੂ ਪਰਿਵਾਰ ਦੇ ਉਹ ਸੀਗੇ ਤੇ ਉਹਨਾਂ ਨੂੰ ਕਿਡਨੈਪ ਕਰ ਲਿਆ ਗਿਆ। ਸਾਰੇ ਬਰਾਤੀ ਉਹਨਾਂ ਦੇ ਹਸਬੈਂਡ ਉਹਨਾਂ ਦੇ ਫਾਦਰ ਭੱਜ ਕੇ ਮਾਰਜ ਪਾਸ ਆਏ ਕਿ ਮਾਰਜ ਏਦਾਂ ਹੋ ਗਿਆ ਹੁਣ ਕੀ ਕਰੀਏ। ਉਸ ਵੇਲੇ ਮਹਾਰਾਜ ਨੇ ਆਪਣੇ ਸਭ ਤੋਂ ਵੱਡੇ ਪੁੱਤਰ ਬਾਬਾ ਅਜੀਤ ਸਿੰਘ ਜੀ ਨੂੰ ਹੁਕਮ ਕੀਤਾ ਸੀ ਕਿ ਆਪ ਜੀ ਜਾ ਕੇ ਉਹਨਾਂ ਭੈਣ ਨੂੰ ਛੁਡਵਾ ਕੇ ਲੈ ਕੇ ਆਓ। ਸੋ ਤਾਂ ਬਾਬਾ ਅਜੀਤ ਸਿੰਘ ਜੀ ਗਏ ਸੀਗੇ, ਉਹਨਾਂ ਭੈਣ ਨੂੰ ਬਾਇਜ਼ਤ ਉੱਥੋਂ ਲੈ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਉਹ ਭੈਣ ਮਹਾਰਾਜ ਦੇ ਚਰਨ ਵਿੱਚ ਪੈ ਕੇ ਗੁਰੂ ਕੀ ਸਿੱਖ ਬਣ ਗਏ। ਸੋ ਪਬਲਿਕ ਵੈਲਫੇਅਰ ਕਿ ਜਿੱਥੇ ਕਿਸੇ ਨੂੰ ਵੀ ਲੋੜ ਹੈ ਆਪ ਜੀ ਉਸ ਹੈਲਪ ਕਰਨ ਵਾਸਤੇ ਤਿਆਰ ਬਰ ਤਿਆਰ ਰਹੋ। ਚਾਹੇ ਉਹ ਕਿਸੇ ਨੂੰ ਆਰਥਿਕ ਹੈਲਪ ਦੀ ਲੋੜ ਹੈ, ਕਿਸੇ ਨੂੰ ਕੋਈ ਐਜੂਕੇਸ਼ਨਲ ਹੈਲਪ ਦੀ ਲੋੜ ਹੈ, ਜਿਸ ਵੀ ਤਰੀਕੇ ਦੀ ਹੈਲਪ ਦੀ ਲੋੜ ਹੈ ਆਪ ਜੀ ਤਿਆਰ ਹੋਵੋ। ਸੋ ਫॉर एग्जांपल ਜਦੋਂ ਕਲਾਸ ਵਿੱਚ ਆਪ ਜੀ ਕੋਲ ਕੋਈ ਆਂਦਾ ਹੈ ਕਿ ਕਿਸੇ ਨੇ ਮੈਨੂੰ ਕੁਝ ਬੋਲ ਦਿੱਤਾ, कोई आप जी को आंदा है कि मैंने अच्छा नहीं लग रहा, मैंने किसी ने कुछ बोल दिता, तो आप जी उस वेले हेल्प वास्ते मना ना करो, आप जी जाओ ते उन्हां दी हेल्प करो। अगे असी रिसर्च भी कर सकते हाँ। एक इंस्टीट्यूट है सिख रिसर्च इंस्टीट्यूट करके, उन्होंने सेवा ही यह निभाई है कि वो बाणी विचों रिसर्च करके दुनियावी तल ते असी उस बाणी नूं किवें अप्लाई कर सकते हाँ उहदे बारे रिसर्च की है। सो आप जी उन्हां दे पेज ते जाके देख सकते हो किन्नियां ही रिसर्चेस, किन्ने ही वख-वख टॉपिक्स ते रिसर्च है। हुण इहदे नाल की फायदा हुंदा है कि असी बाणी नूं फिर सिर्फ पढ़दे ही नहीं हाँ, असी बाणी नूं समझ के फिर अप्लाई भी कर सकते हाँ। सो आप जी छोटिया छोटिया रिसर्च आप जी अपने तल ते भी शुरू कर सकते हो। फॉर एग्जाम्पल अज दा जो साडा टॉपिक है समाज सेवा है ना, ते आप जी सेवा बारे पढ़ कि सिक्खी विच सेवा की है, सेवा क्यों करनी है, गुरबाणी पंक्तियां केड़ियां ने जो सेवा बारे सानू सेध दिंदियां, इतिहास विच सेवा किवें केड़े तरीकिਆਂ नाल होई है ना। सो ये सब रिसर्च का ही हिस्सा है। किसी भी चीज बारे खोज करनी उन्होंने रिसर्च किया जाता है। सो असी बहुत वख-वख पक्षां नूं लैके असी रिसर्च कर सकते हाँ। उहदे नाल ना केवल सानू बेनिफिट होएगा पर दुनिया भर विच असी जे फिर अवेयरनेस भी फैला सकीए कि ये है जो महाराज ने सानू सेध दित्ती है, असी इहनूं इस तरह अप्लाई कर सकते हाँ। ਉਹਦੇ ਪ੍ਰੂਫਸ ਵੀ ਫਿਰ ਹੋਣਗੇ ਸਾਡੇ ਕੋਲ ਕਿ ਗੁਰਬਾਣੀ ਵਿੱਚ ਕੀ ਕਿਹਾ ਗਿਆ, ਇਤਿਹਾਸ ਵਿੱਚ ਇਹ ਚੀਜ਼ ਕਿੱਦਾਂ ਹੋਈ। ਸੋ ਇੱਕ ਅਵੇਅਰਨੈਸ, ਸੈਲਫ ਅਵੇਅਰਨੈਸ ਵੀ ਤੇ ਸੋਸ਼ਲ ਅਵੇਅਰਨੈਸ ਵੀ ਵੱਧਦੀ ਹੈ। ਸੋ ਅਸੀਂ ਖੋਜ ਕਰ ਸਕਦੇ ਹਾਂ ਵੱਖ-ਵੱਖ ਚੀਜ਼ਾਂ ਤੇ। ਹੁਣ ਇਹ ਤੇ ਸੀਗੇ ਕੁਝ ਤਰੀਕੇ, ਬਹੁਤ ਸਾਰੇ ਤਰੀਕਿਆਂ ਚੋਂ ਕੁਝ ਤਰੀਕੇ ਜਿਨ੍ਹਾਂ ਨਾਲ ਅਸੀਂ ਸੇਵਾ ਕਰ ਸਕਦੇ ਹਾਂ। ਹੁਣ ਜ਼ਰੂਰੀ ਨਹੀਂ ਹੈ ਕਿ ਅਸੀਂ ਇਹ ਸਾਰੀਆਂ ਸੇਵਾਵਾਂ ਨਿਭਾ ਸਕੀਏ ਹੈ ਨਾ। ਮਹਾਰਾਜ ਨੇ ਜੋ ਸੇਵਾ ਲੈਣੀ ਹੈ ਉਹਨਾਂ ਨੇ ਆਪ ਬਖਸ਼ਣੀ ਹੈ। ਇਹਨਾਂ ਚੋਂ ਜਿਹੜੀਆਂ ਵੀ ਸੇਵਾਵਾਂ ਅਸੀਂ ਕਰ ਸਕਦੇ ਹਾਂ ਅਸੀਂ ਉਹ ਸ਼ੁਰੂ ਕਰੀਏ। ਆਪ ਜੀ ਜਿਹੜੇ ਵੀ ਖੇਤਰ ਵਿੱਚ ਅੱਗੇ ਜਾਣਾ ਚਾਹੁੰਦੇ ਹੋ, ਜਿਹੜਾ ਵੀ ਸਕਿੱਲ, ਜਿਹੜੀ ਵੀ ਦਾਤ ਮਹਾਰਾਜ ਨੇ ਆਪ ਜੀ ਨੂੰ ਬਖਸ਼ੀ ਹੈ, ਅਸੀਂ ਉਹਨੂੰ ਸੇਵਾ ਵਿੱਚ ਲਾਈਏ। ਹੁਣ ਫॉर एग्जांपल ਹਰ ਕੋਈ ਡਾਕਟਰ ਨਹੀਂ ਬਣਦਾ, ਹਰ ਕੋਈ ਡਾਕਟਰ ਨਹੀਂ ਬਣ ਸਕਦਾ। ਸੋ ਜੋ ਡਾਕਟਰ ਬਣ ਸਕਦਾ ਹੈ ਜਾਂ ਜੋ ਡਾਕਟਰ ਬਣਿਆ ਹੈ ਉਹੀ ਹੈਲਥ ਕੇਅਰ ਵਿੱਚ ਸੇਵਾ ਕਰੇਗਾ। ਇਸੇ ਤਰ੍ਹਾਂ ਹਰ ਜੇ ਕੋਈ ਲਾਇਰ ਬਣਿਆ ਹੈ ਤੇ ਉਹ ਐਡਵੋਕੇਸੀ ਵਿੱਚ ਸੇਵਾ ਕਰੇਗਾ। ਜੇ ਕੋਈ ਟੀਚਰ ਹੈ ਉਹ ਰਿਸਰਚ ਤੇ ਐਜੂਕੇਸ਼ਨ ਵਿੱਚ ਸੇਵਾ ਕਰ ਸਕਦਾ ਹੈ ਨਾ। ਸੋ ਆਪ ਜੀ ਕੋਲ ਕਿਹੜੀ ਦਾਤ ਹੈ, ਕਿਹੜਾ ਸਕਿੱਲ ਹੈ, ਕੀ ਸਮਰੱਥਾ ਮਹਾਰਾਜ ਨੇ ਆਪ ਜੀ ਨੂੰ ਬਖਸ਼ੀ ਹੈ, ਆਪ ਜੀ ਉਹਦੇ ਹਿਸਾਬ ਨਾਲ ਸਮਝੋ ਕਿ ਅਸੀਂ ਇਹਨਾਂ ਚੋਂ ਕਿਹੜੀਆਂ ਸੇਵਾਵਾਂ ਨਿਭਾ ਸਕਦੇ ਹਾਂ। ਹੁਣ ਗੱਲ ਆਉਂਦੀ ਹੈ ਕਦੋਂ ਕਰਨੀ ਹੈ ਸੇਵਾ। ਕਦੋਂ ਦੇ ਵੀ ਅੱਗੇ ਦੋ ਸਵਾਲ ਹੁੰਦੇ ਨੇ, ਅਸੀਂ ਕਿਹੜੀ ਉਮਰ ਵਿੱਚ ਕਰ ਸਕਦੇ ਹਾਂ ਤੇ ਅਸੀਂ ਕਿਹੜੀ ਸਿਚੁਏਸ਼ਨ ਵਿੱਚ ਕਰ ਸਕਦੇ ਹਾਂ। ਅਸੀਂ ਦੋਨਾਂ ਨੂੰ ਸਮਝਦੇ ਹਾਂ। ਜੇ ਅਸੀਂ ਏਜ ਦੀ ਗੱਲ ਕਰੀਏ ਕਿਹੜੀ ਉਮਰ ਵਿੱਚ ਅਸੀਂ ਸੇਵਾ ਕਰ ਸਕਦੇ ਹਾਂ, ਹਨਾ। ਕਈ ਵਾਰ ਬੱਚਿਆਂ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਤੁਸੀਂ ਅਜੇ ਬਹੁਤ ਛੋਟੇ ਹੋ, ਤੁਸੀਂ ਸੇਵਾ ਨਹੀਂ ਕਰ ਸਕਦੇ।
इफ आई कैन शेयर, आई रिमेंबर मैं अजे बहुत छोटी सी, लगभग 4-5 ਸਾਲ ਦੀ ਹੋਵਾਂਗੀ, ਤੇ ਉਸ ਵੇਲੇ ਜਦੋਂ ਵੀ ਗੁਰੂ ਘਰ ਜਾਣਾ ਤੇ ਮਹਾਰਾਜ ਕਿਰਪਾ ਮੈਨੂੰ ਸ਼ੌਂਕ ਹੁੰਦਾ ਸੀ ਕਿ ਅਸੀਂ ਲੰਗਰ ਵਿੱਚ ਜਾ ਕੇ ਪ੍ਰਸ਼ਾਦੇ ਵੇਲਣ ਦੀ ਮੈਂ ਸੇਵਾ ਹੋ ਸਕੇ ਜੇ। ਤੇ ਇੱਕ ਵਾਰ ਮੈਨੂੰ ਨਹੀਂ ਯਾਦ ਆਪਾਂ ਕਿਹੜੇ ਗੁਰੂ ਘਰ ਗਏ, ਪਰ ਉੱਥੇ ਜਾ ਕੇ ਸੰਗਤ ਵਿੱਚੋਂ ਕਿਸੇ ਨੇ ਕਿਹਾ ਨਹੀਂ ਨਹੀਂ ਤੁਸੀਂ ਬਹੁਤ ਛੋਟੇ, ਤੁਸੀਂ ਸੇਵਾ ਨਹੀਂ ਕਰ ਸਕਦੇ। ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਕਿੰਨੇ ਸਾਲ ਲੱਗ ਗਏ ਉਸ ਚੀਜ਼ ਤੋਂ ਰਿਕਵਰ ਕਰਨ ਵਿੱਚ ਕਿ ਮੈਂ ਜੇ ਛੋਟੀ ਆ ਮੈਂ ਸੇਵਾ ਨਹੀਂ ਕਰ ਸਕਦੀ। ਜੇ ਅਸੀਂ ਸੇਵਾ ਵਾਸਤੇ ਕਿਸੇ ਨੂੰ ਇੱਕ ਵਾਰ ਰੋਕ ਦਿੱਤਾ, ਅਸੀਂ ਉਹਨਾਂ ਦੇ ਪਤਾ ਨਹੀਂ ਕਿੰਨੇ ਅਗਲੇ ਆਉਣ ਵਾਲੇ ਸਾਲ ਉਹਨਾਂ ਨੂੰ ਸੇਵਾ ਤੋਂ ਰੋਕ ਦਿਆਂਗੇ। ਸੋ ਭਾਵੇਂ ਕੋਈ ਬੱਚਾ ਅਜੇ 1 ਸਾਲ 2 ਸਾਲ ਜਿੰਨਾ ਵੀ ਛੋਟਾ ਹੈ ਜਾਂ ਉਹ ਜਿੰਨਾ ਵੀ ਬਜ਼ੁਰਗ ਹੈ, ਜੇ ਉਹ ਸੇਵਾ, ਜੇ ਉਹਨਾਂ 'ਚ ਸੇਵਾ ਕਰਨ ਦਾ ਚਾਹ ਹੈ ਤੇ ਅਸੀਂ ਉਹਨਾਂ ਨੂੰ ਅੱਗੇ ਵਧਾਈਏ। ਹੁਣ ਅਸੀਂ ਕੁਝ ਐਗਜ਼ਾਮਪਲਸ ਦੇਖਦੇ ਹਾਂ ਇਤਿਹਾਸ ਚੋਂ ਹੀ ਕਿ ਕਿੰਨਾ ਉਮਰ ਵਿੱਚ ਵੀ ਸਾਨੂੰ ਸੇਵਾਵਾਂ ਦੇ ਬਹੁਤ ਵੱਡੇ ਐਗਜ਼ਾਮਪਲਸ ਮਿਲਦੇ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਲਗਭਗ 3.25 ਸਾਲ ਦੇ, 3.5 ਪੌਣੇ 4 ਸਾਲ ਦੇ ਸਨ ਜਦੋਂ ਉਹਨਾਂ ਦੇ ਵੱਡੇ ਵੀਰ ਬਾਬਾ ਗੁਰਦਿੱਤਾ ਜੀ ਦਾ ਵਿਆਹ ਸੀਗਾ। ਹੁਣ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਘਰ ਸਭ ਤੋਂ ਛੋਟੇ ਸਨ ਤੇ ਨੈਚੁਰਲੀ ਉਹਨਾਂ ਨੂੰ ਬਹੁਤ ਹੀ ਚਾਅ ਨਾਲ ਉਹਨਾਂ ਦੇ ਮਾਤਾ ਜੀ ਨੇ ਤਿਆਰ ਕੀਤਾ, ਨਵੇਂ ਵਸਤਰ ਪਹਿਨਾਏ। ਤੇ ਜਦੋਂ ਤੱਕ ਵਿਆਹ ਹਜੇ ਸ਼ੁਰੂ ਹੋਣਾ ਸੀ, ਅਜੇ ਸਾਰੇ ਘਰੇ ਹੀ ਸਨ, ਤੇ ਤਾਂ ਤੱਕ ਗੁਰੂ ਸਾਹਿਬ ਬੱਚੇ ਸਨ, ਉਹ ਬਾਹਰ ਖੇਡਣ ਚਲੇ ਗਏ। ਖੇਡਦੇ ਖੇਡਦੇ ਉਹਨਾਂ ਨੂੰ ਇੱਕ ਹੋਰ ਛੋਟਾ ਬੱਚਾ ਮਿਲਿਆ ਜਿਹਦੇ ਤਨ ਤੇ ਕੋਈ ਵਸਤਰ ਨਹੀਂ ਸਨ। ਗੁਰੂ ਪਾਤਸ਼ਾਹ ਨੇ ਉਹਨਾਂ ਨਾਲ ਗੱਲ ਕੀਤੀ ਤੇ ਉਸ ਬੱਚੇ ਨੇ ਦੱਸਿਆ ਕਿ ਮੇਰੇ ਮਾਪੇ ਨਹੀਂ ਅਫੋਰਡ ਕਰ ਸਕਦੇ ਵਸਤਰ ਪਹਿਨਾਣੇ। ਦੇਖੋ, 3.25 ਸਾਲ ਦੀ ਉਮਰ, 3.5 ਪੌਣੇ 4 ਸਾਲ, ਉਸ ਵੇਲੇ ਕਿੰਨੇ ਕੋਈ ਇਮੋਸ਼ਨਸ ਹੁੰਦੇ ਨੇ ਸਾਡੇ ਅੰਦਰ, ਕਿੰਨੀ ਕੁ ਸਮਝ ਹੁੰਦੀ ਹੈ। ਉਸ ਵੇਲੇ ਤੇ ਸਗੋਂ ਸਾਨੂੰ ਹੁੰਦਾ ਹੈ ਕਿ ਨਹੀਂ, ਸਭ ਕੁਝ ਮੈਨੂੰ ਹੀ ਖਾਣ ਨੂੰ ਮਿਲ ਜਾਏ, ਹੈ ਨਾ। ਉਹ ਉਮਰ ਹੀ ਏਦਾਂ ਦੀ ਹੈ। ਪਰ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਉਸ ਉਮਰ ਵਿੱਚ ਆਪਣੇ ਉਹ ਨਵੇਂ ਵਸਤਰ ਜੋ ਆਪਣੇ ਵੱਡੇ ਵੀਰ ਦੇ ਵਿਆਹ ਵਾਸਤੇ ਮਾਤਾ ਜੀ ਨੇ ਹੁਣੇ ਪਹਿਨਾਏ ਸੀ, ਉਹ ਉਸ ਬੱਚੇ ਨੂੰ ਦੇ ਆਏ ਕਿ ਤੁਸੀਂ ਇਹ ਵਸਤਰ ਪਹਿਨ ਲਓ, ਮੇਰੇ ਮਾਤਾ ਪਿਤਾ ਤੇ ਮੈਨੂੰ ਹੋਰ ਦਵਾ ਦੇਣਗੇ, ਤੁਹਾਡੇ ਕੋਲ ਨਹੀਂ ਨੇ ਤੇ ਤੁਸੀਂ ਇਹ ਪਹਿਨ ਲਓ। ਭਾਵੇਂ ਉਸ ਗੱਲ ਤੇ ਮਾਤਾ ਜੀ ਤੋਂ ਉਹਨਾਂ ਨੂੰ ਝਿੜਕਾਂ ਵੀ ਪਈਆਂ, ਪਰ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਾਤਾ ਜੀ ਤੁਸੀਂ ਤੇ ਮੈਨੂੰ ਹੋਰ ਦਵਾ ਦੋਗੇ, ਉਸ ਬੱਚੇ ਦਾ ਕੀ ਜਿਹਦੇ ਕੋਲ ਪਹਿਨਣ ਨੂੰ ਕੁਝ ਵੀ ਨਹੀਂ ਹੈ। ਉਸ ਵੇਲੇ 3.5 ਸਾਲ ਦੀ ਉਮਰ ਤੇ ਇਸ ਤਰ੍ਹਾਂ ਦੀ ਸੇਵਾ ਕਰ ਜਾਣਾ ਇੱਕ ਐਗਜ਼ਾਮਪਲ ਹੀ ਹੈ ਸਾਡੇ ਵਾਸਤੇ। ਇਹ ਹੋਈ ਛੋਟੀ ਉਮਰ ਦੇ ਐਗਜ਼ਾਮਪਲ। ਜੇ ਅਸੀਂ ਹੁਣ ਵੱਡੀ ਉਮਰ ਦੀ ਦੇਖੀਏ, ਕਈ ਵਾਰ ਬਜ਼ੁਰਗ ਹੋ ਕੇ ਨਾ ਮਨ ਚ ਆ ਜਾਂਦਾ ਹੈ ਕਿ ਹੁਣ ਤੇ ਤਨ ਸਾਡਾ ਸਾਥ ਛੱਡ ਗਿਆ, ਹੁਣ ਹੁੰਦਾ ਨਹੀਂ ਮੇਰੇ ਤੋਂ। ਉਸ ਵੇਲੇ ਜੇ ਅਸੀਂ ਬਾਬਾ ਬੁੱਢਾ ਸਾਹਿਬ ਜੀ ਨੂੰ ਯਾਦ ਕਰੀਏ, ਲਗਭਗ 124 ਸਾਲ ਦੀ ਉਮਰ, ਉਹ ਫਿਰ ਵੀ ਗੁਰੂ ਘਰ ਜਾ ਕੇ ਸੇਵਾ ਕਰਦੇ ਸਨ, ਕਿਉਂਕਿ ਉਹਨਾਂ ਵਿੱਚ ਉਹ 3 ਚੀਜ਼ਾਂ ਸਨ: ਪਿਆਰ, ਕੰਪੈਸ਼ਨ, ਵਿਲਿੰਗਨੈਸ, ਇੱਕ ਚਾਹ ਕਿ ਮੈਂ ਸੇਵਾ ਹੋਏ, ਤੇ ਤੀਜੀ ਸੈਲਫਲੈਸਨੈਸ, ਮੇਰਾ ਕੀ ਹੈ, ਮੇਰਾ ਕੁਝ ਨਹੀਂ ਹੈ, ਜੋ ਹੈ ਮਹਾਰਾਜ ਦਾ ਹੈ। ਸੋ ਉਸ ਉਮਰ ਵਿੱਚ ਵੀ ਬਾਬਾ ਬੁੱਢਾ ਜੀ ਸੇਵਾ ਕਰਦੇ ਸਨ ਗੁਰੂ ਘਰ ਜਾ ਕੇ, ਤੇ ਮਹਾਰਾਜ ਕਿਰਪਾ ਉਹਨਾਂ ਦੀ ਸੇਵਾ ਤੋਂ ਹੀ ਖੁਸ਼ ਹੋ ਕੇ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਵਾਸਤੇ ਪਾਲਕੀ ਭੇਜੀ ਤੇ ਉਹਨਾਂ ਨੂੰ ਆਪ ਮੋਢਾ ਦਿੱਤਾ। ਸੋ ਹੁਣ ਜੇ ਅਸੀਂ ਉਮਰ ਦੀ ਗੱਲ ਕਰੀਏ, ਸੇਵਾ ਕਦੋਂ ਕਰ ਸਕਦੇ ਹਾਂ? there is no age limit, ਨਾ ਬਚਪਨ ਦੀ ਕੋਈ ਲਿਮਿਟ ਹੈ, ਨਾ ਹੀ ਫਿਰ ਵੱਡੇ ਹੋ ਕੇ ਕੋਈ ਲਿਮਿਟ ਹੈ। ਜਦੋਂ ਵੀ, ਭਾਵੇਂ ਕਿਸੇ ਵੀ ਉਮਰ ਵਿੱਚ ਅਸੀਂ ਹੋਈਏ, ਮਹਾਰਾਜ ਕਿਰਪਾ ਸੇਵਾ ਹੋ ਸਕਦੀ ਹੈ, ਪ੍ਰੋਵਾਈਡਡ ਅਸੀਂ ਉਦਮ ਕਰੀਏ। ਹੁਣ ਗੱਲ ਆਉਂਦੀ ਹੈ ਸਿਚੁਏਸ਼ਨ ਦੀ, ਕਿਸੇ ਕਿਹੜੀ ਸਿਚੁਏਸ਼ਨ ਵਿੱਚ ਸੇਵਾ ਕਰ ਸਕਦੇ ਹਾਂ। ਨਾਰਮਲ ਸਿਚੁਏਸ਼ਨ ਵਿੱਚ ਤਾਂ ਅਸੀਂ ਕਰ ਹੀ ਸਕਦੇ ਹਾਂ, ਜਿਵੇਂ ਅਸੀਂ ਘਰ ਬੈਠੇ ਹਾਂ, ਸਭ ਠੀਕ ਹੈ, ਜਾ ਕੇ ਸੇਵਾ ਹੋ ਸਕਦੀ ਹੈ। ਪਰ ਹੁਣ ਜੇ ਅਸੀਂ ਵਰਸ ਤੋਂ ਵਰਸ ਕੰਡੀਸ਼ਨ ਸੋਚੀਏ, ਸਾਨੂੰ ਪਤਾ ਹੈ
ਘੱਲੂਘਾਰੇ ਇਤਿਹਾਸ ਵਿੱਚ 2 ਵੱਡੇ ਘੱਲੂਘਾਰੇ ਮੰਨੇ ਗਏ ਨੇ। ਉਸ ਸਮੇਂ ਕੀ ਹੁੰਦਾ ਸੀ ਕਿ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ। ਸਿੱਖ ਘਰ ਵਿੱਚ ਨਹੀਂ ਰੁਕ ਸਕਦੇ ਸੀ। ਉਹਨਾਂ ਨੇ ਉਹ ਕੀ ਕਰਦੇ ਸੀ, ਟੋਲੀਆਂ ਬਣਾ ਕੇ ਜੰਗਲਾਂ ਨੂੰ ਚਲੇ ਜਾਂਦੇ ਸੀ, ਉਹ ਜੰਗਲ ਵਿੱਚ ਰਹਿੰਦੇ ਸੀ। ਉਹਨਾਂ ਨੇ ਨਾਲ ਨਾਲ ਜੰਗ ਲੜਨੀ, ਨਾਲ ਨਾਲ ਆਪਣੇ ਸਾਰੀਆਂ ਚੀਜ਼ਾਂ ਨੂੰ ਸੇਫਗਾਰਡ ਵੀ ਕਰਨਾ ਤੇ ਅੱਗੇ ਵੀ ਚੱਲਦੇ ਜਾਣਾ। ਹੁਣ ਕਈ ਦਿਨਾਂ ਤੱਕ ਉਹਨਾਂ ਨੇ ਚੱਲਦੇ ਜਾਣਾ, ਉਹਨਾਂ ਨੂੰ ਰੁਕਣ ਦੀ ਥਾਂ ਨਾ ਮਿਲਣੀ, ਤੇ ਜੇ ਰੁਕਣ ਦੀ ਥਾਂ ਨਾ ਮਿਲਣੀ, ਖਾਣ ਨੂੰ ਵੀ ਕੁਛ ਨਾ ਮਿਲਣਾ। ਸੋ ਕਈ ਦਿਨ ਭੁੱਖੇ ਹੀ ਉਹਨਾਂ ਨੇ ਸਫ਼ਰ ਤੈਅ ਕਰਦੇ ਜਾਣਾ, ਜੰਗਲਾਂ ਵਿੱਚ ਛੁਪ ਕੇ ਜਾਂਦੇ ਜਾਣਾ। ਜਿੱਥੇ ਵੀ ਉਹਨਾਂ ਨੂੰ ਠਹਿਰਨ ਦੀ ਜਗ੍ਹਾ ਮਿਲਦੀ, ਥੋੜੀ ਦੇਰ ਰੁਕਣ ਦੀ ਜਗ੍ਹਾ ਮਿਲਦੀ, ਵਿਸ਼ਰਾਮ ਕਰਨ ਦੀ ਜਗ੍ਹਾ ਮਿਲਦੀ, ਉਹਨਾਂ ਨੇ ਕੀ ਕਰਨਾ, ਉੱਥੇ ਡੇਰੇ ਲਾਣੇ ਤੇ ਉੱਥੇ ਲੰਗਰ ਤਿਆਰ ਕਰਨਾ ਸ਼ੁਰੂ ਕਰ ਦੇਣਾ। ਜਦੋਂ ਲੰਗਰ ਤਿਆਰ ਹੋ ਜਾਣਾ, ਪਤਾ ਉਹਨਾਂ ਨੇ ਕੀ ਕਰਨਾ, ਨਗਾੜੇ ਵਜਾਣੇ। ਨਗਾੜੇ ਵਜਾ ਕੇ ਹੌਕਾ ਦੇਣਾ ਆਸ-ਪਾਸ ਜਿੰਨੇ ਵੀ ਪਿੰਡ ਨੇ ਕਿ ਲੰਗਰ ਤਿਆਰ ਹੈ, ਆ ਕੇ ਛਕ ਲਓ। ਹੁਣ ਦੇਖੋ ਉਹ ਕਿੰਨੇ ਦਿਨਾਂ ਦੇ ਭੁੱਖੇ ਹੁੰਦੇ ਸਨ, ਕੁਝ ਖਾਣ ਨੂੰ ਨਹੀਂ ਮਿਲਿਆ, ਰੈਸਟ ਕਰਨ ਨੂੰ ਨਹੀਂ ਮਿਲਿਆ, ਚੱਲੀ ਜਾ ਰਹੇ ਨੇ। ਫਿਰ ਵੀ ਜਦੋਂ ਲੰਗਰ ਤਿਆਰ ਹੋਇਆ ਤੇ ਪਹਿਲੇ ਕਿ ਉਹ ਖੁਦ ਛਕਣ, ਉਹ ਨਗਾੜੇ ਵਜਾ ਕੇ ਹੌਕਾ ਦੇ ਕੇ ਸਾਰਿਆਂ ਨੂੰ ਆਵਾਜ਼ ਦਿੰਦੇ ਸੀ ਕਿ ਲੰਗਰ ਤਿਆਰ ਹੈ, ਆ ਕੇ ਛਕ ਲਓ। ਤੇ ਜੇ ਲੰਗਰ ਬਚਦਾ ਸੀ, ਆਪ ਉਹਨਾਂ ਨੇ ਤਾਂ ਛਕਣਾ। ਇਹ ਹੈ ਸਿੱਖ ਦਾ ਕੈਰੈਕਟਰ, ਇਹ ਹੈ ਸੇਵਾ ਦੀ ਇੱਕ ਮਹਾਨਤਾ। ਸੋ ਅਸੀਂ ਕਈ ਵਾਰ ਸੋਚ ਲੈਂਦੇ ਹਾਂ ਕਿ ਅੱਛਾ ਸ਼ਾਇਦ ਮੇਰੀ ਤਬੀਅਤ ਠੀਕ ਨਹੀਂ, ਜਾਂ एग्जाम्स चल रहे ने, नेचुरली मैं चीज नहीं बोलांगी पेरेंट्स के सामने, बट एग्जाम चल रहे थे, पढ़ना चाहिए। ओके, सो एनी हाउ, बट कोई भी सिचुएशन होवे घर या बाहर, ਅਸੀਂ ਜੇ ਇਹ ਸੋਚ ਲਈਏ ਕਿ ਇਸ ਸਿਚੁਏਸ਼ਨ ਵਿੱਚ ਤੇ ਸੇਵਾ ਨਹੀਂ ਹੋ ਸਕਦੀ, ਤੇ ਅਸੀਂ ਯਾਦ ਕਰੀਏ ਉਹਨਾਂ ਘੱਲੂਘਾਰਿਆਂ ਨੂੰ ਜਦੋਂ ਸਿੱਖਾਂ ਨੇ ਆਪ ਨਾ ਵੀ ਭੋਜਨ ਛਕਦੇ ਹੋਏ ਲੰਗਰ ਤਿਆਰ ਕਰਨਾ ਤੇ ਸਾਰੇ ਪਿੰਡ ਨੂੰ ਹੋਕਾ ਦੇਣਾ ਕਿ ਜਿੰਨੇ ਵੀ ਲੰਗਰ ਛਕਣਾ ਹੈ ਆ ਜਾਓ। ਸਿਚੁਏਸ਼ਨ ਜਿੰਨੀ ਵੀ ਮਾੜੀ ਹੋਏ, ਜੇ ਮਨ ਚ ਪ੍ਰੇਮ ਹੋਵੇ ਤੇ ਸੇਵਾ ਮਾਰਚ ਆਪ ਕਰਾ ਲੈਂਦੇ ਨੇ। ਜਦੋਂ ਵੀ ਸੇਵਾ ਬਾਰੇ ਅਸੀਂ ਗੱਲ ਕਰੀਏ ਤੇ ਇੱਕ ਜੋ ਚੀਜ਼ ਯਾਦ ਰੱਖਣੀ ਹੈ ਕਿ ਅਸੀਂ ਕਦੇ ਕੰਪੇਅਰ ਨਹੀਂ ਕਰਨਾ। ਕਈ ਵਾਰ ਮਨ ਚ ਇਹ ਗੱਲ ਆ ਜਾਂਦੀ ਹੈ ਕਿ ਨਹੀਂ ਇਹ ਸੇਵਾ ਨਹੀਂ, ਉਸ ਜਾਂ ਸੇਵਾ ਏਦਾਂ ਨਹੀਂ ਉਦਾਂ ਕੀਤੀ ਤੇ ਠੀਕ ਹੈ। ਮਹਾਰਾਜ ਨੇ ਕਿਹੜੀ ਸੇਵਾ ਕਦੋਂ ਤੁਹਾਡੇ ਤੋਂ ਲੈਣੀ ਹੈ ਉਹ ਤੁਹਾਨੂੰ ਨਹੀਂ ਪਤਾ, ਤੇ ਉਸ ਸੇਵਾ ਦੀ ਕਿੰਨੀ ਮਹਾਨਤਾ ਹੈ ਉਹ ਵੀ ਤੁਹਾਨੂੰ ਨਹੀਂ ਪਤਾ। ਅਸੀਂ 2 ਐਗਜ਼ਾਮਪਲਸ ਲੈਂਦੇ ਹਾਂ, ਇੱਕ ਭਾਈ ਕਨਈਆ ਜੀ ਤੇ ਬਾਬਾ ਦੀਪ ਸਿੰਘ ਜੀ। ਪੰਥ ਵਾਸਤੇ ਜੰਗ ਲੜਨਾ ਤੇ ਜੰਗ ਵਿੱਚ ਉਹਨਾਂ ਦੁਸ਼ਮਣਾਂ ਨੂੰ ਸੋਧਣਾ ਵੀ ਸੇਵਾ ਹੈ। ਤੇ ਉੱਥੇ ਹੀ ਭਾਈ ਕਨਈਆ ਜੀ ਜਦੋਂ ਉਹਨਾਂ ਹੀ ਗਿਰੇ ਹੋਏ ਦੁਸ਼ਮਣਾਂ ਨੂੰ ਪਾਣੀ ਪਿਲਾ ਕੇ ਦੁਬਾਰਾ ਜਿਵਾਲ ਰਹੇ ਸਨ, ਉਹ ਵੀ ਸੇਵਾ ਹੈ। ਕੀ ਅਸੀਂ ਕਹਿ ਸਕਦੇ ਹਾਂ ਕਿ ਨਹੀਂ ਬਾਬਾ ਦੀਪ ਸਿੰਘ ਜੀ ਨੇ ਠੀਕ ਸੇਵਾ ਕੀਤੀ ਹੈ ਜਾਂ ਭਾਈ ਕਨਈਆ ਜੀ ਨੇ ਠੀਕ ਸੇਵਾ ਨਹੀਂ ਕੀਤੀ? ਨਹੀਂ, ਦੋਨੋਂ ਹੀ ਸੇਵਾਵਾਂ ਨੇ, ਦੋਨੋਂ ਹੀ ਮਹਾਰਾਜ ਦੇ ਹੁਕਮ ਵਿੱਚ ਨੇ, ਦੋਨੋਂ ਹੀ ਉਨੀਆਂ ਹੀ ਮਹਾਨ ਨੇ ਜਿੰਨੀ ਦੂਜੀ ਹੈ। ਸੋ ਕਦੀ ਵੀ ਅਸੀਂ ਮਹਾਰਾਜ ਜੋ ਵੀ ਸੇਵਾ ਲੈ ਰਹੇ ਨੇ, ਕਦੀ ਵੀ ਮਨ ਚ ਇਹ ਨਾ ਆਵੇ ਕਿ ਨਹੀਂ ਇਹ ਸੇਵਾ ਤੇ ਮੈਨੂੰ ਨਹੀਂ ਪਸੰਦ, ਕੋਈ ਹੋਰ ਮਿਲ ਜਾਏ ਤਾਂ ਚਲੋ ਅੱਛੀ ਹੈ। ਮਹਾਰਾਜ ਜੋ ਵੀ ਸੇਵਾ ਲੈ ਰਹੇ ਨੇ, ਅਸੀਂ ਉਸੇ ਪਿਆਰ ਨਾਲ ਸੇਵਾ ਕਰਨੀ ਹੈ, ਕਿਉਂਕਿ ਵਿੱਚ ਦੁਨੀਆ ਸੇਵ ਕਮਾਈਏ ਤਾਂ ਹੀ ਸਾਨੂੰ ਦਰਗਾਹ ਵਿੱਚ ਜਗ੍ਹਾ ਮਿਲੇਗੀ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਭੈਣ ਜੀ ਆਪ ਜੀ ਦਾ। ਬੜਾ ਪਿਆਰਾ ਟੌਪਿਕ ਆਪ ਜੀ ਨੇ ਸਾਡੇ ਸਭ ਦੇ ਨਾਲ ਸਾਂਝਾ ਕੀਤਾ ਜੀ। ਸਮਾਜ ਸੇਵਾ, ਮੋਸਟਲੀ ਸਾਡੇ ਨਾਲ ਬੱਚੇ ਜੁੜੇ ਹੋਏ ਨੇ ਜੀ, ਔਰ ਅਕਸਰ ਬੱਚਿਆਂ ਦਾ ਇਹ ਸਵਾਲ ਹੁੰਦਾ ਕਿ ਅਸੀਂ ਬੱਚੇ ਹੁੰਦੇ ਹੋਏ ਇਸ ਏਜ ਦੇ ਵਿੱਚ ਕਿਸ ਤਰ੍ਹਾਂ ਦੀ ਸੇਵਾ ਕਰ ਸਕਦੇ ਹਾਂ। ਬੜੇ ਵਧੀਆ ਤਰੀਕੇ ਦੇ ਨਾਲ ਆਪ ਜੀ ਨੇ ਆਪਣੇ ਟੌਪਿਕ ਨੂੰ ਐਕਸਪਲੇਨ ਕੀਤਾਗਾ ਕਿ ਤੁਸੀਂ ਸੇਵਾ ਕਿਸ ਤਰ੍ਹਾਂ ਦੀ ਕਰ ਸਕਦੇ ਹੋ। ਹੁਣ ਅਸੀਂ
ਭੈਣ ਜੀ ਕੁਝ ਬੱਚਿਆਂ ਦੇ ਨਾ ਸਵਾਲ ਹੁੰਦੇ ਨੇ, ਆਪ ਜੀ ਨੇ ਜੋ ਟੌਪਿਕ ਲਗਾਇਆ ਉਸ ਦੇ ਰਿਲੇਟਡ। 15 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਦੀਦੀ ਜਿਹੜੇ ਤੁਸੀਂ ਨੇ ਪਹਿਲੇ 3 ਪਾਰਟ ਦੱਸੇ ਸੀ, ਕੰਪੈਸ਼ਨ, ਵਿਲਿੰਗਨੈਸ ਤੇ ਸੈਲਫਲੈਸ, ਇਹਨਾਂ ਦੇ ਇੱਕ ਵਾਰ ਦੁਬਾਰਾ ਤੋਂ ਡਿਫਾਈਨ ਕਰ ਦਿਓ ਜੀ। ਕੰਪੈਸ਼ਨ ਹੁੰਦਾ ਹੈ ਮਨ 'ਚ ਪ੍ਰੇਮ ਹੋਣਾ, ਪਿਆਰ ਹੋਣਾ, ਕਿ ਅਸੀਂ ਜਦੋਂ ਸੇਵਾ ਕਰ ਰਹੇ ਹਾਂ ਜਾਂ ਮਰ ਜਦੋਂ ਸੇਵਾ ਲੈ ਰਹੇ ਨੇ ਉਸ ਵੇਲੇ ਮਨ 'ਚ ਉਹ ਪਿਆਰ ਹੋਵੇ ਸੇਵਾ ਪ੍ਰਤੀ, ਤੇ ਜੋ ਸੇਵਾ ਵਿੱਚ ਬਾਕੀ ਜੁੜੇ ਨੇ, ਭਾਵੇਂ ਸਾਡੇ ਸਾਥੀ ਨੇ, ਭਾਵੇਂ ਜਿਨ੍ਹਾਂ ਦੇ ਨਾਲ ਸੇਵਾ ਹੋ ਰਹੀ ਹੈ, ਭਾਵੇਂ ਜਿਨ੍ਹਾਂ ਵਾਸਤੇ ਸੇਵਾ ਹੋ ਰਹੀ ਹੈ, ਉਹਨਾਂ ਦੇ ਪ੍ਰਤੀ ਪਿਆਰ ਹੋਣਾ, ਉਹਨਾਂ ਨੂੰ ਇੱਕ ਨਜ਼ਰ ਨਾਲ ਵੇਖਣਾ ਜੋ ਮਾਰਚ ਨੇ ਸਾਨੂੰ ਬਖਸ਼ੀ ਹੈ ਬਾਣੀ ਵਿੱਚ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਉਹ ਪ੍ਰੇਮ ਮਨ ਵਿੱਚ ਹੋਣਾ, ਉਹ ਕੰਪੈਸ਼ਨ ਹੁੰਦਾ ਹੈ। ਦੂਸਰੀ ਗੱਲ ਹੋਈ ਵਿਲਿੰਗਨੈਸ, ਕਿ ਸੇਵਾ ਕਰਨ ਦਾ ਚਾਹ ਹੋਵੇ, ਤੁਸੀਂ ਵਿਲਫੁਲੀ ਉਹ ਸੇਵਾ ਕਰ ਰਹੇ ਹੋਵੋ, ਕਿ ਆਪ ਜੀ ਦੇ ਮਨ 'ਚ ਚਾਹ ਹੋਵੇ ਕਿ ਮਹਾਰਾਜ ਦੀ ਸੇਵਾ ਹੋਵੇ, ਮਹਾਰਾਜ ਸੇਵਾ ਬਖਸ਼ਣ। ਕਿਸੇ ਦੇ ਫੋਰਸ ਦੇ ਅੰਡਰ ਆ ਕੇ ਕੋਈ ਆਪ ਜੀ ਨੂੰ ਜ਼ਬਰਦਸਤੀ ਕਹਿ ਰਿਹਾ ਹੈ ਕਿ ਸੇਵਾ ਕਰ ਲੋ ਕਰ ਲੋ ਕਰ ਲੋ ਕਰ ਲੋ ਕਰ ਲੋ, ਤਾਂ ਅਸੀਂ ਜ਼ਬਰਦਸਤੀ ਕਰ ਰਹੇ ਹਾਂ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਮਨ ਨਹੀਂ ਜੁੜ ਪਾਏਗਾ ਸੇਵਾ ਵਿੱਚ। ਸੋ ਵਿਲਿੰਗਨੈਸ ਹੋਣੀ, ਉਹ ਚਾਹ ਹੋਣਾ ਜ਼ਰੂਰੀ ਹੈ। ਤੀਜੀ ਗੱਲ ਹੁੰਦੀ ਹੈ ਸੈਲਫਲੈਸਨੈਸ, ਕਿ ਸੇਵਾ ਹਮੇਸ਼ਾ ਆਪਣੇ ਤੋਂ ਉੱਪਰ ਉੱਠ ਕੇ ਹੁੰਦੀ ਹੈ, ਕਿ ਉਹਦੇ ਵਿੱਚ ਮੈਂ ਨਹੀਂ ਹੁੰਦੀ ਕਿ ਮੈਨੂੰ ਕੁਝ ਮਿਲੇਗਾ ਜਾਂ ਮੇਰੇ ਪੁਆਇੰਟਸ ਬਣ ਜਾਣਗੇ ਜਾਂ ਮੈਨੂੰ ਆਪਣੇ ਮੇਬੀ ਕਲਾਸ ਵਿੱਚ ਕੁਝ ਅਪਰੀਸੀਏਸ਼ਨ ਮਿਲ ਜਾਏਗੀ। ਸੋ ਸੈਲਫਿਸ਼ ਮੋਟਿਵ ਨਹੀਂ ਹੁੰਦੇ, ਸੈਲਫਲੈਸ ਮੋਟਿਵ ਹੁੰਦੇ ਨੇ, ਜਿਹਦੇ ਵਿੱਚ ਕੇਵਲ ਤੇ ਕੇਵਲ ਬਾਕੀਆਂ ਦੇ ਪ੍ਰਤੀ, ਕੁਦਰਤ ਦੇ ਪ੍ਰਤੀ ਪਿਆਰ ਹੈ, ਤੇ ਉਸੇ ਪਿਆਰ ਵਸ ਆਪ ਜੀ ਸੇਵਾ ਕਰ। ਹਾਂਜੀ ਬੋਰ ਸਿੰਘ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਜੀ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਬਾਣੀ ਦਾ ਫਰਮਾਨ ਹੈ, ਖਾਵੇ ਖਰਚੇ ਰਲ ਮਿਲ ਭਾਈ, ਤੋੜ ਨਾ ਆਵੇ ਵੱਧੋ ਜਾਈ। ਜਿੱਦਾਂ ਕਿ ਆਪਣੇ ਕੋਈ ਮਹਾਰਾਜ ਨੇ ਦਿੱਤਾ, ਉਹਨੂੰ ਆਪਾਂ ਨੂੰ ਵੰਡਣਾ ਚਾਹੀਦਾ ਵਾ। ਜਿੱਦਾਂ ਕਿ ਸੇਵਾ ਜਿੰਨੀ ਆਪਾਂ ਕਰਾਂਗੇ, ਜਿੱਦਾਂ ਕਿ ਤੁਸੀਂ ਦੱਸਿਆ ਧੱਕੇ ਨਾਲ ਕੋਈ ਸੇਵਾ ਨਹੀਂ ਕਰਵਾਉਣਾ ਚਾਹੁੰਦਾ, ਜਿੱਦਾਂ ਕਿ ਆਪਣੇ ਨਾ ਕੁਝ ਜਿੱਦਾਂ ਆਪਣੇ ਧਾਰਮਿਕ ਤਿਉਹਾਰ ਹੁੰਦੇ, ਇਹਨਾਂ 'ਚ ਆਪਾਂ ਨੂੰ ਇੱਕ ਨਾ ਕੋਈ ਪ੍ਰਣ ਲੈਣਾ ਚਾਹੀਦਾ। ਜਿੱਦਾਂ ਕਿ ਐਜੂਕੇਟ ਪੰਜਾਬ ਪ੍ਰੋਜੈਕਟ ਭੈਣ ਜਸਪ੍ਰੀਤ ਜੀ ਬਹੁਤ ਹੀ ਬਖੂਬੀ ਨਿਭਾ ਰਹੇ ਨੇ, ਛੋਟੇ ਛੋਟੇ ਪ੍ਰਣ ਬੱਚਿਆਂ ਨੂੰ ਕਰਵਾਉਂਦੇ ਰਹਿੰਦੇ ਹਨ, ਜਿੱਦਾਂ ਕਿ ਇਹ ਬੱਚਿਆਂ ਨੂੰ ਸੁਚੇਤ ਕਰਦੇ ਰਹਿੰਦੇ ਹਨ। ਜਿੱਦਾਂ ਕਿ ਆਪਾਂ ਅੱਜ ਤੋਂ ਪ੍ਰਣ ਲੈ ਸਕਦੇ ਹਾਂ ਆਪਾਂ ਕਿ ਜੇ ਕੁਝ ਆਪਣੇ ਕੋਲ ਵੰਡਣ ਨੂੰ ਹੈਗਾ ਤੇ ਆਪਾਂ ਜ਼ਰੂਰ ਕਿਸੇ ਦੀ ਵੰਡ ਕੇ ਮਦਦ ਕਰੀਏ। ਜੀ ਵਾਹਿਗੁਰੂ, ਮਹਾਰਾਜ ਪਿਤਾ ਬਹੁਤ ਸੋਹਣੇ ਤਰੀਕੇ ਨਾਲ ਆਪ ਜੀ ਨੇ ਸਮਝਾਇਆ। ਹਾਂਜੀ, ਸਭ ਨੂੰ ਬੇਨਤੀ ਹੈ ਕਿ ਜਿੰਨਾ ਬੱਚਿਆਂ ਦੇ ਹੋਰ ਸਵਾਲ ਰਹਿੰਦੇ ਨੇ, ਪਹਿਲਾਂ ਵੀ ਦੱਸਿਆ ਗਿਆ ਸੀ ਕਿ ਲਾਸਟ ਹੈਂਡ ਰੇਜ਼ ਹੈ, ਸਾਰੇ ਬੱਚੇ ਆਪਣਾ ਆਪਣਾ ਸਵਾਲ ਵਿਦ EPP ਨੰਬਰ ਆਪਣੇ ਵਾਈਸੀ ਕੋਲ ਨੋਟ ਕਰਵਾ ਸਕਦੇ ਨੇ। ਤੇ ਹੁਣ ਸਭ ਦਾ ਬੱਚਿਆਂ ਦਾ ਧੰਨਵਾਦ, ਉਹਨਾਂ ਦੇ ਮਾਤਾ ਪਿਤਾ ਜੋ ਵੀ ਜੁੜ ਚੁੱਕੇ ਨੇ ਇਸ ਕੈਂਪ ਦੇ ਵਿੱਚ। ਬਹੁਤ ਧੰਨਵਾਦ ਭੈਣ ਮਨਮੀਤ ਕੌਰ ਜੀ, ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ ਜੀ। ਉਮੀਦ ਕਰਦੇ ਹਾਂ ਜਦੋਂ ਵੀ ਆਪ ਜੀ ਨੂੰ ਯਾਦ ਕੀਤਾ ਜਾਵੇਗਾ ਤੇ ਆਪ ਜੀ ਹਾਜ਼ਰ ਹੋਵੋਗੇ ਜੀ। ਸੋ ਸਭ ਤੋਂ ਵੱਧ ਸ਼ੁਕਰਾਨਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਨ੍ਹਾਂ ਨੇ ਸਾਨੂੰ ਇਹ ਕੀਮਤੀ ਸਮਾਂ ਬਖਸ਼ਿਸ਼ ਕੀਤਾ ਜੀ, ਕਿ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਾਂ। ਹੁਣ ਇੱਕ ਨੰਬਰਸ ਨੋਟ ਕਰਵਾ ਦਿਓ ਜੀ, ਸਲਾਈਡ ਸ਼ੋ ਕਰ ਦਿਓ ਕਿਰਪਾ ਕਰਕੇ। ਬੱਚਿਆਂ ਨੇ ਜਾਪ ਦੀ ਸੇਵਾ, ਕੀਰਤਨ ਦੀ ਸੇਵਾ ਲੈਣੀ ਹੁੰਦੀ ਹੈ। ਤੇ ਇੱਥੇ ਹੀ ਅਸੀਂ ਇਸ ਕੈਂਪ ਦੀ ਸਮਾਪਤੀ ਕਰ ਰਹੇ ਹਾਂ ਜੀ। ਕੱਲ ਮਿਲਦੇ ਹਾਂ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।